ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਨਿੱਘੀ ਗੋਦ ਵਿੱਚ बड़े ही सत्कार सहित जुड़ बैठे हो। भागा वाले हो आप जो शहादतां दे दिनां दे विच गुरु दरबार दीयां हाजरियां भरदे होए समा सफल बना रहे हो। गुर इतिहास के पावन प्रसंगां दे विचों आप जी ने सरवण कीता। जदों सिद्धां दे गुरु गोरखनाथ चिंता विच बैठे आ, सारे सिद्ध इकट्ठे होके अपने गुरु कोल बैठे। कुछ समय बाद गुरु नानक पातशाह जी दे नाल दोबारा चर्चा करते हैं। बड़े उन्होंने सवाल कीते, कन्नां विच मुंदरा पा लो, हाथ विच सोटा फड़ लो, सिद्धां दे गुरु बन जाओ, 84 सिद्ध तुहाडा पानी भरनगे, माया तुहाडी दासी होएगी, तन ते विभूति ला के रखिया करो, हर जगह लोग तुहानू रब जी ते गुरु जी कहणगे। गुरु नानक साहब जी ने सारियां दियां सारियां गल्लां सुनिया, फिर सर्व सांझा उपदेश बख्शिश कीता जो बड़े प्यार सहित आप जी ने अर्थां समेत सरवण कीता। मुंदा संतोख सर्वपद झोली, ध्यान की कर है विभूत, खिंथा काल कुआरी काया, जोगत डंडा प्रतीत, आई पंथी सगल जमाती, मन जीतै जग जीत, आदेश तिसै आदेश, आद अनील अनाद अनाहत, जुग जुग एको विस। नेता प्रति आप जी जपजी साहिब दे विच इन्हां पौड़ियां नूं पढ़दे हो, पर के उचारण सिद्धां दे ताईं सुमेर पर्वत ते बह के गुरु नानक पातशाह जी ने कीती है। 84 दे 84 सिद्ध सतगुरां दे इर्द गिर्द बैठे आ। जो जो सवाल उन्होंने सतगुरां नूं कीते ने, गुरु बाबा जी ने अमृत बचनां द्वारा एक एक जवाब दिता है। आओ एकाग्रता बढ़ाइए, प्रेम दी सांझ पाओ, आसीस बख्शो, गज बज के आखो जी सतनाम श्री वाहिगुरु साहिब जी, सतनाम श्री वाहिगुरु साहिब जी। भुगत ज्ञान दया भंडारन, दीन दुनिया दे मालक धन धन साहिब श्री गुरु नानक देव जी सिद्धां दे सवालां दे जवाब अमृतमई बाणी द्वारा दे रहे ने। अगली पौड़ी विच सतगुर किरपा करदे आ। 28ਵੀਂ पौड़ी विच सतगुरां ने दसिया सी मुंदा संतोख सर्वपद झोली, भी साडे कोल मुंदरां भी ने, झोली भी है, पत नाम है खप्पर दा, भांडे दा।
ਇਹ ਸਭ ਕੁਝ ਸਾਡੇ ਕੋਲੇ ਆ, ਸਾਨੂੰ ਤੁਹਾਡੀ ਜ਼ਰੂਰਤ ਨਹੀਂ ਹੈ। ਅਗਲੀ ਪੌੜੀ ਵਿੱਚ ਪਾਤਸ਼ਾਹ ਕਿਰਪਾ ਕਰਦੇ ਆ, ਭੁਗਤ ਗਿਆਨ ਦਇਆ ਭੰਡਾਰਨ। ਭੁਗਤ ਦਾ ਅਰਥ ਹੈ ਚੂਰਮਾ। ਅੱਗੇ ਪੁਰਾਣੇ ਬਜ਼ੁਰਗ ਜਾਣਦੇ ਆ ਚੂਰਮਾ ਕੀ ਹੁੰਦਾ। ਰੁੱਖਾ ਮਿੱਸਾ ਭੋਜਨ, ਚੂਰੀ ਕਹਿ ਲਓ, ਅਨੇਕਾਂ ਅਰਥ ਨੇ। ਸਤਿਗੁਰੂ ਕਹਿੰਦੇ ਸਾਡੇ ਕੋਲ ਭੋਜਨ ਹੈ ਗਿਆਨ ਦਾ, ਦਇਆ ਭੰਡਾਰ, ਤੇ ਭੰਡਾਰ ਸਾਡੇ ਕੋਲ ਭਰੇ ਪਏ ਨੇ ਦਇਆ ਦੇ। ਗੋਰਖਨਾਥ ਕਹਿੰਦਾ ਸੀ ਤੁਹਾਡੇ ਭੰਡਾਰੇ ਭਰ ਜਾਣਗੇ ਹਰ ਮੱਠ ਵਿੱਚ, ਚੂਰਮਾ ਖਾ ਲਿਆ ਕਰੋ ਜੋ ਸਿੱਧਾਂ ਦੀ ਖੁਰਾਕ ਹੈ। ਗੁਰੂ ਬਾਬਾ ਜੀ ਕਹਿੰਦੇ ਨੇ ਗਿਆਨ ਦਾ ਚੂਰਮਾ ਸਾਡੇ ਕੋਲੇ ਹੈ, ਦਇਆ ਦੇ ਤਰਸ ਦੇ ਭੰਡਾਰ ਭਰੇ ਪਏ ਆ। ਦੁਨੀਆ ਵਿੱਚ ਬੜੇ ਧਰਮ ਨੇ ਜੀ, ਤਕਰੀਬਨ 4200 ਜੋ ਆਮ ਧਰਮ ਨੇ, ਵੈਸੇ ਤੇ 7200 ਨੇ। ਧਰਮਾਂ ਦੀ ਕਿਹੜਾ ਗਿਣਤੀ ਹੈ, ਨਿਤ ਬਣਦੇ ਆ ਨਿਤ ਢਹਿ ਜਾਂਦੇ ਆ, ਪਰ ਹਰੇਕ ਧਰਮ ਕੋਈ ਬਲੀ ਤੇ ਖੜਿਆ, ਕੋਈ ਕੁਰਬਾਨੀ ਤੇ ਖੜਿਆ, ਪਰ ਇੱਕੋ ਇੱਕ ਸਿੱਖ ਪੰਥ ਹੈ ਜਿਹਦੇ ਵਿੱਚ ਕੋਈ ਬਲੀ ਨਹੀਂ, ਕੋਈ ਕੁਰਬਾਨੀ ਨਹੀਂ, ਸਦਾ ਦਇਆ ਕੀਤੀ ਜਾਂਦੀ ਜੀਵਾਂ ਤੇ। ਉਹ ਅਲੱਗ ਗੱਲ ਆ ਵੀ ਸਾਡੇ ਵਾਲਿਆਂ ਵੀ ਟ੍ਰੈਂਡ ਬਣਾ ਲਿਆ ਝਟਕਿਆਂ ਦਾ, ਵੀ ਬਾਕੀ ਕਰਦੇ ਅਸੀਂ ਪਿੱਛੇ ਕਿਉਂ ਰਹਿ ਜਾਈਏ। ਗੁਰੂ ਬਾਬਾ ਜੀ ਕਹਿੰਦੇ ਸਾਡੇ ਕੋਲ ਹੈ ਦਇਆ। ਕਿਹੜੀ ਦਇਆ? ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਪਾਤਸ਼ਾਹ ਕਹਿੰਦੇ ਸਾਡੇ ਕੋਲੇ ਦਇਆ ਏ। ਭੁਗਤ ਗਿਆਨ ਦਇਆ ਭੰਡਾਰਨ, ਭੰਡਾਰਨ ਤੋਂ ਭਾਵ ਸੈਲੋ, ਵੱਡੇ ਵੱਡੇ ਸਟੋਰ। ਸਾਹਿਬ ਕਹਿੰਦੇ ਸਾਡੇ ਕੋਲ ਦਇਆ ਨਹੀਂ ਹੋਣੀ। ਦਇਆ ਦੇ ਭੰਡਾਰ ਭਰੇ ਪਏ ਨੇ, ਸਾਨੂੰ ਸਿੱਧਾ ਗੋਰਖਾ ਤੇਰੇ ਭੰਡਾਰਿਆਂ ਦੀ ਲੋੜ ਨਹੀਂ। ਘਟ ਘਟ ਵਜਹਿ ਨਾਦ, ਘਟ ਘਟ ਵਜਹਿ ਨਾਦ। ਇੱਥੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਘੱਗਾ ਟੈਂਕੀ ਨੂੰ ਸਿਹਾਰੀ ਹੈ, ਘਟ ਵਜਹਿ ਨਾਦ, ਦੋ ਵਾਰ ਆਇਆ। ਇਹਦਾ ਸਵਾਲ ਕੀ ਸੀ ਹੁਣ ਯਾਦ ਕਰੀਏ, ਕੱਲ ਸੁਣਿਆ ਤੁਸੀਂ। ਗੋਰਖਨਾਥ ਕਹਿੰਦਾ ਸੀ ਸਿੰਘੀ ਲੈ ਲਓ, ਮਤਲਬ ਹਿਰਨ ਦਾ ਸਿਰ ਸੰਖ ਵਾਂਗੂ ਵੱਜਦਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਘਟ ਘਟ ਵਾਜੈ ਨਾਦ। ਵਾਜਾ ਕਹੀਏ ਵੱਜਦਾ ਹੈ, ਨਾਦ ਕਹੀਏ ਸੰਗੀਤ ਆਵਾਜ਼ ਵਾਜਾ। ਘਟਾਂ ਘਟਾਂ ਦੇ ਵਿੱਚ ਵੱਜਦਾ ਹੈ। ਉਹ ਕਿਵੇਂ ਵੱਜਦਾ ਹੈ, ਕਿਵੇਂ ਬੋਲਦਾ ਹੈ? ਬਾਣੀ ਨੂੰ ਪੁੱਛ ਲਈਏ। ਸਬੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਨਾਮ ਹੈ ਹਿਰਦੇ ਦਾ, ਦੂਜੇ ਘਟ ਦਾ ਅਰਥ ਹੈ ਭਾਂਡਾ। ਹਰ ਭਾਂਡੇ ਸਰੀਰ ਵਿੱਚ, ਹਰ ਹਿਰਦੇ ਵਿੱਚ ਵਾਜੈ ਨਾਦ। ਸਾਹਿਬ ਕਹਿੰਦੇ ਸਾਨੂੰ ਆ ਤੁਹਾਡੇ ਨਾਦ ਵਜਾਉਣ ਦੀ ਲੋੜ ਨਹੀਂ, ਸਿੰਘੀ ਨਾਦ ਵਜਾ ਬਣਿਆ। ਸਿੱਧ ਸੰਗ ਚੁੱਕੀ ਫਿਰਦੇ ਆ ਨਾ ਯੋਗੀ ਫਕੀਰ। ਪਾਤਸ਼ਾਹ ਕਹਿੰਦੇ ਸਾਡੇ ਤੇ ਅੰਦਰ ਨਾਦ ਵੱਜਦੇ ਆ, ਅਨਹਦਾ ਨਾਦ ਕਹਿੰਦੇ। ਹੁਣ ਆਪ ਜੀ ਨਿਤਾ ਪ੍ਰਤ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ, ਉਹ ਕਿਹੜੇ ਨਾਦ ਨੇ? ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਮਹਾਰਾਜ ਕਹਿੰਦੇ ਐਸੀ ਕਲਾ ਧਾਰਨ ਕੀਤੀ ਉਸ ਰੱਬ ਨੇ, ਅੰਦਰ ਘਟਾਂ ਘਟਾਂ ਦੇ ਵਿੱਚ ਨਾਦ ਵੱਜਦੇ ਆ, ਆਵਾਜ਼ਾਂ ਆਉਂਦੀਆਂ ਨੇ। ਗੁਰੂ ਬਾਬਾ ਜੀ ਅੱਜ ਕਿਰਪਾ ਕਰਕੇ ਗੋਰਖਨਾਥ ਤੇ 84 ਸਿੱਧਾਂ ਨੂੰ ਆਖਦੇ ਆ, ਕਹਿੰਦੇ ਘਟ ਘਟ ਵਾਜੈ ਨਾਦ, ਰੋਮ ਰੋਮ ਵਿੱਚ, ਪਲ ਪਲ ਵਿੱਚ, ਜਰਰੇ ਜਰਰੇ ਵਿੱਚ, ਹਰ ਹਿਰਦੇ ਵਿੱਚ। ਉਸ ਵਾਹਿਗੁਰੂ ਸੱਜਣ ਪਿਆਰੇ ਦਾ, ਉਹਦੀ ਆਵਾਜ਼, ਉਹਦਾ ਨਾਦ, ਉਹਦਾ ਸੰਗੀਤ ਸਦਾ ਹੀ ਵੱਜਦਾ ਏ। ਆਪ ਨਾਥ ਨਾਥੀ ਸਭ ਜਾਕੀ। ਫਿਰ ਗੋਰਖ ਜੀ ਇੱਕ ਸਵਾਲ ਕਰਦੇ ਸੀ, ਕਹਿੰਦੇ ਬਾਬਾ ਸਿੱਧਾਂ ਦਾ ਸਿੱਧ ਬਣ ਜਾ ਨਾਥ। ਮੈਂ ਕੱਲ ਵੀ ਬੇਨਤੀ ਕੀਤੀ ਵੀ ਨਾਥ ਕਹਿੰਦੇ ਆ ਸਿੱਧ ਮੰਡਲੀ ਦਾ ਮੁਖੀਆ, ਪ੍ਰਧਾਨ ਕਹਿ ਲਓ, ਅਹੁਦੇਦਾਰ ਆਖ ਲਓ, ਲਾਣੇਦਾਰ ਕਹਿ ਲਓ ਪੰਜਾਬ ਦੀ ਭਾਸ਼ਾ 'ਚ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਬਣਨ ਦੀ ਲੋੜ ਨਹੀਂ। ਘਟ ਘਟ ਵਾਜੈ ਨਾਦ। ਜਿਹਦਾ ਨਾਦ ਵੱਜਦਾ ਕੌਣ ਹੈ? ਆਪ ਨਾਥ। ਨਾਥ ਕਿਹਨੂੰ ਕਹਿੰਦੇ ਆ? ਆਓ ਫਿਰ ਬਾਣੀ 'ਚ ਲੱਭੀਏ। ਨੱਕ ਨੱਥ ਜਿਹਦੀ ਨੱਥ ਹੋਵੇ,
ਖਸਮ ਹੱਥ ਕਿਰਤ ਧਕੇ ਦੇ। ਜਿਹਨੇ ਨੱਕ ਵਿੱਚ ਨੱਥ ਪਾਈ ਹੋਵੇ ਉਹ ਕੌਣ ਹੈ? ਮਾਲਕ। ਉਹ ਕੌਣ ਹੈ? ਸੁਆਮੀ ਆਪ ਨਾਥ। ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਨਿਰੰਕਾਰ ਆਪ ਸਾਰੀ ਸ੍ਰਿਸ਼ਟੀ ਦਾ ਹੀ ਨਾਥ ਹੈ। ਅੱਗੇ ਕੀ ਲਿਖਦੇ ਆ? ਨਾਥੀ ਸਭ ਜਾ ਕੀ, ਸਭ ਜਾ ਕੀ। ਸਾਰੇ ਜਿੰਨੇ ਵੀ ਹਨ ਸਭ ਉਹਦੀ ਨਾਥੀ, ਕਹੀਏ ਗੁਲਾਮ ਨੇ। ਨਾਥੀ, ਨੱਥ ਸ਼ਬਦ ਦੀ ਤੀਜੀ ਫਾਰਮ ਹੈ। ਨੱਥ, ਨਾਥ, ਨਾਥੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪ ਨਾਥ, ਉਹ ਨਾਥ ਆਪ ਹੈ, ਮਾਲਕ ਆਪ ਹੈ। ਕਿਉਂ ਨਾਥ ਹੈ? ਕਿਉਂਕਿ ਬਾਕੀ ਜਿੰਨੀਆਂ ਸੰਸਾਰ ਦੀਆਂ ਔਰਤਾਂ ਨੇ, ਜਿੰਨੇ ਜੀਵ ਨੇ, ਜਿੰਨੇ ਮਰਦ ਨੇ, ਸਭ ਉਹਦੀਆਂ ਨਾਥੀਆਂ ਨੇ, ਸਭ ਉਹਦੀਆਂ ਗੁਲਾਮ ਨੇ। ਕਿਉਂਕਿ ਆਪ ਉਹ ਪਤੀ ਹੈ। ਠਾਕੁਰ ਏਕ ਸਵਾਈ ਨਾਰ। ਰੱਬ ਇੱਕ ਮਾਲਕ ਹੈ, ਇੱਕ ਖਸਮ ਹੈ, ਬਾਕੀ ਤੇ ਸਭ ਉਹਦੀਆਂ ਨਾਰਾਂ ਹੀ ਨੇ, ਔਰਤਾਂ ਹੀ ਨੇ। ਗੁਰੂ ਸਾਹਿਬ ਕਹਿੰਦੇ ਆਪ ਨਾਥ ਹੈ ਭਾਈ, ਉਹ ਨਾਥੀ ਸਭ ਜਾ ਕੀ। ਜਿੰਨੀਆਂ ਵੀ ਇੱਥੇ ਸ੍ਰਿਸ਼ਟੀ ਵਿੱਚ ਜੀਵ ਔਰਤਾਂ ਨੇ, ਮਨੁੱਖ ਨੇ, ਪਸ਼ੂ ਨੇ, ਪੰਛੀ ਨੇ, ਜੋ ਵੀ ਪ੍ਰੋਪਰ ਯੂਨੀਵਰਸ ਵਿੱਚ ਹੈ, ਕਹਿੰਦੇ ਸਭ ਦਾ ਨਾਥ ਉਹ ਆਪ ਹੈ। ਤੁਸੀਂ ਸਾਨੂੰ ਕਹਿੰਦੇ ਹੋ ਵੀ ਨਾਥ ਬਣ ਜਾਓ। ਇਸੇ ਕਰਕੇ ਬਾਣੀ ਪੜ੍ਹਦੇ ਆ ਨਾ, ਨਿਤ ਬਾਣੀ ਵਿਚਾਰਿਆ ਕਰੋ ਤਾਂ ਸਮਝ ਆਉਂਦੀ। ਦੀਨਾ ਨਾਥ ਮਾਇਆ ਕਰੋ। ਮਾਇਆ ਨਾਮ ਕਿਰਪਾ, ਦੀਨਾ ਨਾਮ ਜੋ ਦਇਆ ਕਰਨ ਵਾਲਾ ਹੈ, ਨਾਥ ਮਾਲਕ। ਹੇ ਦਇਆ ਦੇ ਮਾਲਕ ਸਾਡੇ ਤੇ ਕਿਰਪਾ ਕਰੋ। ਬਾਣੀ ਨਿਤ ਪੜ੍ਹਦੇ ਆ ਪਰ ਅਰਥਾਂ ਸਮੇਤ ਪੜ੍ਹੀਏ ਤੇ ਰਸ ਹੋਰ ਹੈ। ਆਪ ਨਾਥ ਨਾਥੀ ਸਭ ਜਾ ਕੀ। ਗੁਰੂ ਸਾਹਿਬ ਕਹਿੰਦੇ ਕੋਈ ਇੱਕ ਨਹੀਂ ਹੈ, ਗੋਰਖਨਾਥ ਤੇਰੇ ਵਰਗੇ ਵੀ ਉਹਦੀਆਂ ਨਾਥੀਆਂ ਨੇ, ਦਾਸੀਆਂ ਨੇ, ਗੋਲੀਆਂ ਨੇ, ਗੁਲਾਮ ਨੇ। ਇੱਕ ਬਲਦ ਦੇ ਨੱਕ ਵਿੱਚ ਜੇ ਨੱਥ ਪਾਈ ਹੈ ਨਾ, ਤੇ ਉਹ ਨੱਥ ਪਵਾਉਣ ਵਾਲੇ ਨੂੰ ਇਹ ਪਤਾ ਵੀ ਮੇਰੇ ਮਾਲਕ ਨੇ ਰੱਸੀ ਸੱਜੇ ਪਾਸੇ ਸੁੱਟੀ ਤੇ ਸੱਜੇ ਮੁੜਨਾ ਹੈ। ਪਸ਼ੂਆਂ ਦੇ ਨੱਕ ਵਿੱਚ ਨੱਥ, ਜਿਹਨੂੰ ਨਕੇਲ ਕਹਿੰਦੇ ਆ, ਉਸੇ ਤੋਂ ਚੱਲਿਆ ਸਮਾਜ ਵਿੱਚ। ਜਦੋਂ ਇੱਥੋਂ ਦੀਆਂ ਔਰਤਾਂ ਨੂੰ ਗੁਲਾਮ ਬਣਾਇਆ ਨਾ, ਤੁਸੀਂ ਇਤਿਹਾਸ ਪੜ੍ਹਿਆ ਕਰੋ। ਇੱਥੇ ਮਹਿਮੂਦ ਗਜ਼ਨਵੀ ਵਰਗੇ ਆਏ, ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸੀ। ਜਿਹਨੇ ਆਉਣਾ ਅਬਦਾਲੀ ਵਰਗੇ ਨੇ ਔਰਤਾਂ ਦੀਆਂ ਮੰਡੀਆਂ ਲਾ ਲੈਣੀ। ਕਿਉਂ ਬਈ? ਮਿਡਲ ਈਸਟ ਤੋਂ ਚੜ੍ਹ ਕੇ ਆਉਂਦੇ, ਅਰਬ ਦੇ ਵਿੱਚੋਂ ਇੱਥੇ ਆ ਕੇ ਔਰਤਾਂ ਚੁੱਕਦੇ ਸੀ। ਨਖਾਸ ਵਰਗੀਆਂ ਮੰਡੀਆਂ ਲੱਗਦੀਆਂ ਸੀ। ਪ੍ਰੋਪਰ ਵਰਲਡ ਵਿੱਚ ਜਾ ਕੇ ਵੇਖੋ ਕਿੰਨੇ ਦੀਪ ਸਮੂਹ ਨੇ, ਕਿੰਨੀਆਂ ਕੰਟਰੀਜ਼ ਨੇ। ਕਦੇ ਅੱਜ ਤੱਕ ਸੁਣਿਆ ਵੀ ਅਬਦਾਲੀ ਵਰਗੇ ਆਏ, ਪੈਰਿਸ ਤੋਂ ਔਰਤਾਂ ਚੁੱਕ ਲਿਆਏ, ਇੰਗਲੈਂਡ ਤੋਂ ਚੁੱਕ ਲਈਆਂ, ਕਿਤੋਂ ਹੋਰ ਚੁੱਕ ਲਈਆਂ। ਜਦ ਇਹਨਾਂ ਲੋਕਾਂ ਨੇ ਕਰਤੂਤਾਂ ਕੀਤੀਆਂ, ਭਾਰਤ ਨੂੰ ਆਏ ਆ, ਇੱਥੇ ਚੁੱਕਿਆ। ਕਿਉਂ? ਉਹ ਇਸ ਦੇਸ਼ ਦੇ ਲੋਕਾਂ ਨੇ ਆਪਣੀਆਂ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਗੁਲਾਮੀ ਦੀ ਨਿਸ਼ਾਨੀ ਕੀ ਸੀ? ਨੱਕ ਵਿੱਚ ਕੋਕਾ, ਕੰਨ ਵਿੱਚ ਵਾਲੀਆਂ। ਇਹ ਕੀ ਸੀ? ਅੰਮ੍ਰਿਤਧਾਰੀ ਬੀਬੀ ਨੂੰ ਕਿਉਂ ਮਨਾ ਕੀਤਾ? ਕਿ ਇਹਦੇ ਲੌਜਿਕ ਨੇ, ਪੜ੍ਹਿਆ ਕਰੀਏ ਤਾਂ ਪਤਾ ਲੱਗਦਾ। ਜਿਵੇਂ ਇੱਕ ਪਸ਼ੂ ਦੇ ਨੱਕ ਦੇ ਵਿੱਚ ਨੱਥ ਪਾਈ ਹੈ ਨਾ, ਨੱਕ 'ਚ ਪਾਏ ਕੋਕੇ ਨੂੰ ਨੱਥ ਕਹਿੰਦੇ ਆ, ਜਿਹੜਾ ਪ੍ਰੋਪਰ ਸੈੱਟ ਪਾਇਆ ਹੋਇਆ ਹੈ। ਕਹਿੰਦੇ ਉਹ ਨੱਥ ਦੇ ਵਿੱਚ ਫਸੀ ਹੋਈ ਕੰਮ ਹੀ ਨਹੀਂ ਕਰ ਸਕਦੀ, ਸੋਚ ਹੀ ਨਹੀਂ ਸਕਦੀ ਸੀ ਕੋਈ। ਪੈਰਾਂ ਦੇ ਵਿੱਚ ਬੇੜੀਆਂ, ਝਾਂਜਰਾਂ ਪਾਈਆਂ, ਗੁਲਾਮੀ ਦੀ ਨਿਸ਼ਾਨੀ ਸੀ। ਗੁਰੂ ਬਾਬਾ ਜੀ ਕਹਿੰਦੇ ਸਿੱਖਾਂ ਦੇ ਕੱਢ ਦਿਓ ਭਾਈ, ਇਸ ਭਰਮ 'ਚ ਨਹੀਂ ਪੈਣਾ। ਕਿਉਂ? ਕਿਉਂਕਿ ਸਭ ਦਾ ਮਾਲਕ ਨਾਥ ਇੱਕ ਹੈ। ਸਿੱਖ ਪੰਥ ਵਿੱਚ, ਸਿੱਖ ਕੌਮ ਦੇ ਵਿੱਚ ਜੇ ਭਾਈ ਮਰਦ ਪਾਠ ਕਰ ਸਕਦੇ ਤੇ ਘਰ ਬੀਬੀਆਂ ਵੀ ਸਕਦੀਆਂ। ਸਾਰੇ ਸਭ ਕੁਝ ਕਰ ਸਕਦੇ। ਇਸ ਕਰਕੇ ਮਰਦ ਕਹਿੰਦੇ ਤੁਹਾਡੇ ਤੇ ਇਹਨਾਂ 'ਚ ਫਰਕ ਕੀ ਹੈ? ਇੱਕ ਬਰਾਬਰ ਹੋ ਨਾ ਤੁਸੀਂ। ਤੇ ਕਿਉਂ ਗੁਲਾਮੀ ਦੀਆਂ ਜ਼ੰਜੀਰਾਂ ਪਾਈਆਂ ਨੇ? ਕਿੰਨਾ ਔਖਾ ਹੋਇਆ ਪਿਆ। ਮੱਥੇ ਤੇ ਟਿੱਕਾ, ਨੱਕ 'ਚ ਨਕੇਲ, ਕੋਕਾ, ਕੰਨਾਂ 'ਚ ਵਾਲੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਭ ਜੀਵਾਂ ਦੇ ਨੱਕ ਵਿੱਚ ਉਹਨੇ ਨੱਥ ਪਾਈ ਹੋਈ ਰੱਬ ਨੇ। ਕਿਹੜੀ? ਇੱਕ ਸਾਹ ਲੈ ਲਿਆ, ਇੱਕ ਛੱਡ ਲਿਆ, ਖੁਦ ਸਤਿਨਾਮ। ਆਹ ਨੱਥ ਪਾਈ ਹੋਈ ਹੈ। ਤੇ ਜਿਹਦੀ ਉਹ ਡੋਰ ਛੱਡ ਦਿੰਦਾ ਹੈ, ਸਾਹ ਗਿਆ, ਆਉਂਦਾ ਹੀ ਨਹੀਂ, ਚੱਕ ਲੋ ਹੋ ਜਾਂਦੀ ਹੈ। ਇਹ ਅੰਤਰੀ ਵਿਭਾਗ ਨੇ, ਨੱਥ, ਨਾਥ ਤੇ ਨੱਕ। ਕਿਵੇਂ ਹੋਇਆ? ਗੁਰੂ ਪਾਤਸ਼ਾਹ ਦੱਸ ਰਹੇ ਆ, ਕਹਿੰਦੇ ਉਹ ਨਾਥ ਆਪ ਹੈ ਜਿਹਨੇ ਨੱਥ ਪਾਈ ਹੈ ਸਵਾਸਾਂ ਦੀ। ਸਵਾਸ ਮਨੁੱਖ ਲੈਂਦਾ ਤੇ ਛੱਡਦਾ, ਇਹ ਦੇ ਕੌਣ ਰਿਹਾ ਹੈ? ਉਹ ਮਾਲਕ ਆਪ ਨਾਥ ਨਾਥੀ ਸਭ ਜਾ ਕੀ, ਸਭ ਉਹਦੇ ਆਪਣੇ ਹਨ। ਸਿੱਧ ਸਿੱਧ ਅਵਰ ਸਾਧ। ਪਾਤਸ਼ਾਹ
ਕਹਿੰਦੇ ਗੋਰਖ ਜੀ ਰਿੱਧ ਸਿੱਧ ਅਵਰਾ ਸਾਧ, ਆ ਤੁਹਾਡੀਆਂ ਰਿੱਧੀਆਂ 9 ਨਿੱਧੀਆਂ ਤੇ 18 ਸਿੱਧੀਆਂ, ਇਹ ਕੀ ਹੈ? ਅਵਰਾ ਕਹੀਏ ਹੋਰ, ਸਾਧ ਕਹੀਏ ਸਵਾਦ ਰਸ। ਕਹਿੰਦੇ ਆ ਸਵਾਦ ਆ ਰਸ ਰੱਬ ਦੇ ਪਿਆਰਿਆਂ ਨੂੰ ਨਹੀਂ ਆਉਂਦੇ। ਕਿਸੇ ਨੂੰ ਉਡਾਤਾ, ਬੰਦੇ ਤੋਂ ਜਨਾਨੀ ਬਣਾਤੀ, ਮਿੱਟੀ ਤੋਂ ਪੈਸੇ ਬਣਾਤੇ, ਖਾਲੀ ਭਾਂਡੇ ਭਰਤੇ, ਅਸਮਾਨ ਵਿੱਚ ਉੱਡ ਕੇ ਵਿਖਾਤਾ, ਇਹ ਰਿੱਧੀਆਂ ਨੇ। ਕਿਸੇ ਦੇ ਦਿਲ ਦੀ ਗੱਲ ਦੱਸਤੀ, ਇਹ ਕਿਉਂ ਨਹੀਂ ਭਾਉਂਦੀਆਂ? ਸਪਸ਼ਟ ਬਾਣੀ ਨੇ ਕਿਹਾ ਕੋਈ ਗੱਲ ਬਾਣੀ ਤੋਂ ਬਾਹਰ ਨਹੀਂ ਹੋਣੀ ਚਾਹੀਦੀ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਸਾਹਿਬ ਕਹਿੰਦੇ ਰਿੱਧੀਆਂ ਸਿੱਧੀਆਂ ਮੋਹ ਨੇ ਭਾਈ, ਨਾਮ ਨਹੀਂ ਵਸਦਾ, ਕਿਉਂਕਿ ਅਵਰਾ ਸਾਧ ਹੈ। ਰਿੱਧ ਸਿੱਧ ਅਵਰਾ, ਆੜਾ ਵਾਵਾ ਰਾਰੇ ਕਹਿੰਦਾ। ਸਾਨੂੰ ਤੇ ਨਾ ਬੱਬੇ ਦਾ ਪਤਾ ਨਾ ਵਾਵੇ ਦਾ ਪਤਾ, ਨਾ ਨੰਨੇ ਦਾ ਪਤਾ ਲੱਗੇ ਨਾ ਨਾਣੇ ਦਾ ਪਤਾ ਲੱਗੇ। ਉਹ ਅਸੀਂ ਪੰਜਾਬੀ ਹਾਂ, ਸਾਨੂੰ ਪੰਜਾਬੀ ਹੋਣ ਤੇ ਮਾਣ ਹੈ, ਗੁਰਮੁਖੀ ਸਾਨੂੰ ਪੜ੍ਹਨੀ ਨਹੀਂ ਆਉਂਦੀ। ਮੈਂ ਕਹਿੰਦਾ ਅਸੀਂ ਤੇ ਪਾਠ ਦਾ ਬੁਰਾ ਹਾਲ ਕੀਤਾ ਹੋਇਆ। ਸਿੱਖਣਾ ਕਿਸੇ ਤੋਂ ਨਹੀਂ, ਮੱਤਾਂ ਦੂਜੇ। ਜਦ ਤੱਕ ਮੈਂ ਕਹਿੰਦਾ ਮਾਫ ਕਰਿਓ ਰੱਬ ਤੋਂ ਡਰ ਕੇ, ਵਿਰਲੇ ਹੋਣਗੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ੁੱਧ ਆਉਂਦੀ ਹੈ। ਚਲੋ ਬਾਣੀ ਬਹੁਤ ਵੱਡਾ ਸ਼ਬਦ ਹੈ, ਇੱਥੇ ਤੇ ਮੂਲ ਮੰਤਰ ਸ਼ੁੱਧ ਨਹੀਂ ਲੋਕਾਂ ਦਾ। ਇਹ ਕੋਈ ਹੰਕਾਰ ਦੀ ਗੱਲ ਥੋੜ੍ਹਾ ਹੈ। ਰੱਬ ਤੋਂ ਡਰੀਏ। ਜਿਸ ਕੌਮ ਦਾ ਦਿੱਤਾ ਖਾ ਰਹੇ ਆ, ਜਿਸ ਪਿਆਰੇ ਸਤਿਗੁਰ ਦੇ ਬਚਨਾਂ ਨੂੰ ਸੁਣ ਰਹੇ ਆ, ਕਮ ਸੇ ਕਮ ਉਹਦੇ ਬਚਨ ਤੋਂ ਸ਼ੁੱਧ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਦਾ ਮਾਲਕ ਹੈ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ, ਸਾਰੇ ਸਵਾਦ ਰਸ ਉਹਦੇ ਆਪਣੇ ਨੇ, ਪਰ ਰਿੱਧੀਆਂ ਸਿੱਧੀਆਂ ਦੇ ਸਵਾਦ ਰਸ ਸਾਨੂੰ ਭਾਉਂਦੇ ਨਹੀਂ। ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਹੁਣ ਪਾਤਸ਼ਾਹ ਨੂੰ ਕਹਿੰਦੇ ਸੀ ਤੁਹਾਨੂੰ ਕੰਮਕਾਰ ਦੇ ਦਿੰਨੇ ਆ, ਸਾਰੀ ਦੁਨੀਆ ਤੁਹਾਡਾ ਹੁਕਮ ਮੰਨੇਗੀ। ਪਾਤਸ਼ਾਹ ਕਹਿੰਦੇ ਲੋੜ ਹੀ ਨਹੀਂ, ਤੇ ਰੱਬ ਨੇ ਪਹਿਲਾਂ ਹੀ ਕੀਤਾ ਹੋਇਆ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਇਹਦਾ ਅਰਥ ਕੀ ਹੈ? ਸੰਜੋਗ ਨਾਮ ਮਿਲਾਪ, ਮਿਲਣਾ, ਵਿਯੋਗ ਨਾਮ ਵਿਛੜਨਾ। ਅਰਥ ਕੀ ਜਾ ਰਿਹਾ ਹੈ? ਜਨਮ ਲੈਣਾ ਤੇ ਮਰ ਜਾਣਾ, ਦੋਏ ਕਾਰ ਚਲਾਵੇ। ਹੁਣ ਜੰਮਣਾ ਤੇ ਮਰਨਾ ਦੋ ਗੱਲਾਂ ਨੇ ਨਾ। ਉਹਨੂੰ ਕੀ ਕਹਿੰਦੇ ਆ? ਦੁਨੀਆ। ਆ ਦੁਨੀਆ ਸ਼ਬਦ ਵਰਤਦੇ ਆ ਆਪਾਂ। ਦੁਨੀਆ ਦੀਆਂ ਦੋ ਨੀਹਾਂ ਨੇ, ਇੱਕ ਜਨਮ ਲੈਣਾ, ਦੂਜਾ ਮਰ ਜਾਣਾ। ਇਹਨੂੰ ਦੁਨੀਆ ਕਹਿੰਦੇ ਆ। ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਮਰਦ ਕਹਿੰਦੇ ਆ ਕਾਰ, ਇਹ ਕੰਮ ਉਸ ਪਰਮਾਤਮਾ ਨੇ ਚਲਾਇਆ ਹੋਇਆ ਹੈ। ਉਹ ਜਨਮ ਵੀ ਦੇ ਰਿਹਾ ਹੈ, ਮੌਤ ਵੀ ਦੇ ਰਿਹਾ ਹੈ। ਪਰਸੈਂਟੇਜ ਘਟਦੀ ਵੱਧਦੀ ਨਹੀਂ। ਜੋ ਲਿਖਿਆ ਉਹੀ ਹੋਣਾ ਏ, ਸਭ ਉਹਦੀ ਰਜ਼ਾ ਦੇ ਵਿੱਚ ਹੈ। ਜਿੰਨੇ ਸਵਾਸ ਦਿੱਤੇ ਨੇ, ਇੱਕ ਸਾਹ ਵੱਧ ਨਹੀਂ ਕੋਈ ਲੈ ਸਕਦਾ। ਤਿਲ ਮਾਸਾ ਤੋਲ ਕਢਾਵੇ। ਇਹ ਤੇ ਕਹਿਣ ਦੀਆਂ ਗੱਲਾਂ ਨੇ, ਫਲਾਣਾ ਬਚ ਜਾਂਦਾ, ਆਹ ਹੋ ਜਾਂਦਾ। ਇੱਕ ਸਾਹ ਵੱਧ ਨਹੀਂ ਲੈ ਸਕਦਾ। ਕਿਉਂ? ਕਿਉਂਕਿ ਸੰਜੋਗ ਅਤੇ ਵਿਜੋਗ ਦੀ, ਜਨਮ ਅਤੇ ਮੌਤ ਦੀ ਕਾਰ ਹੈ, ਜਿਹੜੀ ਕਿਰਤ ਹੈ, ਉਹਨੇ ਆਪ ਚਲਾਈ ਹੋਈ ਹੈ। ਦੋਨੇ ਉਹਦੇ ਹੱਥ 'ਚ ਨੇ। ਰੱਬ ਦੇ ਇੱਕ ਹੱਥ ਵਿੱਚ ਜਨਮ ਹੈ, ਦੂਜੇ ਹੱਥ ਵਿੱਚ ਮੌਤ ਹੈ। ਜੇ ਉਹਨੇ ਮੌਤ ਦੀ ਦਰ ਸਮਾਜ ਤੇ ਸੁੱਟੀ ਹੈ ਤੇ ਜਨਮ ਦੀ ਦਰ, ਆ ਕਰੋਨਾ ਕਾਲ 'ਚ ਕਿੰਨੀ ਦੁਨੀਆ ਮਰੀ ਹੈ ਜੀ, ਤੁਸੀਂ ਕਹਿ ਲਿਆ ਨਾ। ਇੰਨੇ ਲੱਖ ਫਲਾਣੀ ਕੰਟਰੀ, ਇੰਨੇ, ਤੇ ਕਰੋਨਾ ਵੇਲੇ ਜੰਮੇ ਕਿੰਨੇ ਆ? ਗਿਣਤੀ ਹੈ ਕੋਈ? ਤਕਰੀਬਨ ਇੰਡੀਆ ਦੇ ਵਿੱਚ ਅੰਦਾਜ਼ਨ ਜੋ ਅੰਕੜੇ ਆਏ ਨੇ, ਕਹਿੰਦੇ 1.5 ਕਰੋੜ ਬੱਚਾ ਜੰਮਿਆ। ਇੰਨੇ ਤੇ ਗੱਡੀ ਨਹੀਂ ਚੜੇ, ਆਖੋ ਸਤਨਾਮ। ਜੰਮੇ ਵੀ ਦੇ ਬਰਾਬਰ ਨੇ, ਮਰੇ ਵੇਖੇ ਨਾ ਗੱਲੇ। ਉਸ ਰੱਬ ਦੇ ਹੱਥ ਦੋਨੇ ਵਡਿਆਈਆਂ ਨੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਕਹਿੰਦੇ ਉਹ ਆਪ ਚਲਾਉਂਦਾ ਏ। ਨਾ ਕੋਈ ਉਹਦੀ ਰਜ਼ਾ ਤੋਂ ਬਿਨਾਂ ਜਨਮ ਲੈ ਸਕਦਾ, ਤੇ ਨਾ ਕੋਈ ਉਹਦੀ ਰਜ਼ਾ ਤੋਂ ਬਿਨਾਂ ਮਰ ਸਕਦਾ। ਜਿਹਨੂੰ ਉਹ ਬਚਾ ਲਏ ਉਹਨੂੰ ਕੋਈ ਮਾਰ ਨਹੀਂ ਸਕਦਾ, ਤੇ ਜਿਹਨੂੰ ਉਹ ਮਾਰ ਦੇ ਉਹਨੂੰ ਬਚਾਉਣ ਵਾਲਾ ਜੰਮਿਆ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਸਿੱਧ ਸੁਣ ਸੁਣ ਕੱਚੇ ਹੋ ਰਹੇ ਨੇ, ਸ਼ਰਮਿੰਦੇ ਹੋ ਰਹੇ ਨੇ। ਕਿਉਂਕਿ ਗੋਰਖ ਕਹਿੰਦਾ ਸੀ ਤੁਹਾਨੂੰ ਪਾਵਰ ਦੇ ਦਿੰਨੇ ਆ, ਤੁਸੀਂ ਜਿਹਨੂੰ ਮਰਜ਼ੀ ਮਾਰ ਦਿਓ, ਜਿਹਨੂੰ ਮਰਜ਼ੀ ਜਿਵਾ ਦਿਓ। ਪਾਤਸ਼ਾਹ ਕਹਿੰਦੇ ਨਹੀਂ, ਇਹ ਪਾਵਰ ਉਸ ਪ੍ਰਭੂ ਦੇ ਹੱਥ ਵਿੱਚ ਹੈ। ਕਿਹੜਾ ਹੈ ਜੀ ਉਹ? ਜਿਹਦੇ ਬਾਰੇ ਕਿਹਾ ਆਪ ਨਾਥ ਨਾਥੀ ਸਭ ਜਾਗੀ। ਇਹਦਾ ਅਰਥ ਇੱਧਰ ਜਾਏਗਾ ਵੀ ਜਿਹਦੇ ਹੱਥ ਵਿੱਚ ਨੱਥ ਫੜੀ ਹੋਈ ਹੈ ਨਾ, ਵਾਂਗ ਡੋਰ ਫੜੀ ਹੈ ਸੰਸਾਰ ਦੀ, ਉਹੀ ਕਰਦਾ ਹੈ ਦੋਏ ਕਾਰ ਚਲਾਵੇ। ਕਹਿੰਦੇ ਦੋਨੇ ਤਰੀਬਾਂ ਉਹਨੇ ਚਲਾਈਆਂ ਨੇ।
ਸੰਜੋਗ ਤੇ ਵਿਜੋਗ, ਮਰਨਾ ਤੇ ਜੰਮਣਾ ਸਭ ਉਹਦੀ ਆਪਣੀ ਖੇਡ ਹੈ। ਲੇਖੇ ਆਵਹਿ ਭਾਗ। ਇਹ ਤੰਦ ਜੁੜੀ ਕਿੱਦਾਂ ਹੋਈ ਹੈ? ਲੇਖੇ ਆਵੈ ਭਾਗ। ਕਹਿੰਦੇ ਰੱਬ ਨੇ ਲੇਖਾ ਬਣਾਇਆ, ਮਨੁੱਖ ਨੇ ਲੇਖਾ ਦੇਣਾ ਹੈ। ਕਿਹਨੂੰ? ਧਰਮਰਾਜ। ਇੱਥੇ ਲੋਕਾਂ ਨੇ ਧਰਮਰਾਜ ਦੀ ਪਰਿਭਾਸ਼ਾ ਹੋਰ ਬਣਾਈ ਹੋਈ ਹੈ ਵੀ ਇਹਦਾ ਟੇਬਲ ਲਾ ਕੇ ਬੈਠਾ ਹੈ, ਕੁਰਸੀਆਂ ਪਈਆਂ ਨੇ, ਬਹੁਤ ਵੱਡਾ ਹਾਲ ਬਣਿਆ ਹੋਇਆ ਹੈ, ਕਟਹਿਰੇ ਬਣੇ ਜੱਜਾਂ ਵਾਂਗੂ, ਪਤਾ ਨਹੀਂ ਕੀ। ਨਹੀਂ, ਧਰਮਰਾਜ ਕੌਣ ਹੈ? ਜੋ ਇਹ ਸਮੁੱਚੇ ਧਰਮ ਸੱਚ ਦਾ ਰਾਜਾ ਏ। ਐਦਾਂ ਤੇ ਫਿਰ ਸਿੱਖਾਂ ਦਾ ਧਰਮਰਾਜ ਹੋਰ ਹੈ, ਮੁਸਲਮਾਨਾਂ ਦਾ ਹੋਰ ਹੈ, ਹਿੰਦੂਆਂ ਦਾ ਹੋਰ ਹੈ, ਕੋਈ ਨਵਾਂ ਧਰਮ ਚੱਲੂ ਉਹਦਾ ਹੋਰ ਆ ਜੂਗਾ। ਨਹੀਂ, ਉਹਦੇ ਰਾਹ ਤੇ ਨਾ, ਉਹਦੇ ਦਰ ਤੇ ਸਭ ਨੂੰ ਜਾਣਾ ਪੈਂਦਾ ਹੈ। ਸੱਚ ਦਾ ਰਾਜਾ, ਧਰਮ ਦਾ ਰਾਜਾ, ਪ੍ਰਤੱਗਿਆ ਦਾ ਰਾਜਾ। ਬੇਸ਼ੱਕ ਲੋਕਾਂ ਨੇ ਬਣਾ ਲਿਆ ਵੀ ਧਰਮਰਾਜ ਦਾ ਪਿਓ ਸੂਰਜ ਹੈ। ਕਿਹੜੇ ਸੂਰਜ ਦੀ ਗੱਲ ਕਰੀਏ ਜੀ? ਸੌਰ ਮੰਡਲ ਵਿੱਚ ਇੱਕ ਸੂਰਜ ਹੈ ਸਾਡੀ ਧਰਤੀ ਦਾ, ਇਹ ਤੋਂ ਬਾਹਰ ਨਿਕਲ ਜੋ, ਸੈਟਨ ਦੇ ਆਪਣੇ ਸੂਰਜ ਨੇ, ਆਪਣੇ ਚੰਦ ਨੇ। ਕਿੰਨੇ ਕੁ ਚੰਦ ਤੇ ਕਿੰਨੇ ਸੂਰਜ ਨੇ? ਤੇ ਫਿਰ ਇਹ ਦੱਸੋ ਵੀ ਧਰਮਰਾਜ ਕਿਹਦਾ ਮੁੰਡਾ? ਸਤਿਨਾਮ। ਭਰਮੀ ਨੇ ਨਾ ਵੇਲੇ। ਹੁਣ ਕੱਲ ਨੂੰ ਚਾਈਨਾ ਵਾਲਿਆਂ ਨੇ ਸੂਰਜ ਬਣਾ ਲਿਆ ਆਪਣਾ, ਉਹ ਚੜਾਉਣ ਨੂੰ ਫਿਰਦੇ ਆ 2022 ਚ। ਉਹਦਾ ਮੁੰਡਾ ਫਿਰ ਕਿਹੜਾ ਧਰਮਰਾਜ ਹੋਊ? ਉਹ ਤੇ ਧਰਮ ਨੂੰ ਮੰਨਦੇ ਇਹਨਾਂ ਭਰਮਾਂ ਚ ਨਿਕਲੀ ਹੈ। ਇਹ ਮਿਥਿਆਸ ਨੇ, ਮਿਥੋਲੋਜੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਲੇਖਾ ਆਵੈ ਭਾਗ, ਤੇਰੇ ਭਾਗ ਤੇਰੇ ਕਰਮ ਤੇਰਾ ਲੇਖਾ ਲਿਖਣਗੇ। ਤੂੰ ਜਿਹੋ ਜੇ ਕਰਮ ਕਰੇਗਾ, ਇੱਥੇ ਜਿਹਨੂੰ ਮਰਜ਼ੀ ਮਾੜਾ ਬੋਲ ਦੋ, ਅਗਲਾ ਚੁੱਪ ਕਰਕੇ ਤੁਹਾਡੇ ਕੋਲ ਚਲਾ ਜਾਊ, ਭੁਗਤਣਾ ਕਿਹਨੂੰ ਪੈਣਾ? ਜਦ ਇੱਕ ਇੱਕ ਸਾਹ ਦਾ ਲੇਖਾ ਹੋਣਾ ਨਾ। ਐਵੇਂ ਨਹੀਂ ਕੰਮ ਵੀ ਮੈਂ 10 ਬੰਦਿਆਂ ਨੂੰ ਗਾਲਾਂ ਕੱਢ ਲਈਆਂ, ਲੈ ਕੋਈ ਗੱਲ ਨਹੀਂ 4 ਪੈਕਟ ਬਿਸਕੁਟ ਦੇ ਖਵਾ ਦੇ, ਦਾਨ ਹੋ ਗਿਆ। ਅੱਜ ਚਾਹ ਪਿਲਾਤੀ, ਦਾਨ ਹੋ ਗਿਆ। ਅੱਜ ਰੋਟੀ ਖਵਾਤੀ, ਦਾਨ ਹੋ ਗਿਆ। ਮੇਰਾ ਫਲਾਣਾ ਪਾਪ ਬਖਸ਼ਿਆ ਗਿਆ, ਨਹੀਂ ਬਖਸ਼ਿਆ ਜਾਣਾ। ਮਤ ਭੁਲੇਖਾ ਰੱਖਿਓ। ਐਦਾਂ ਤੇ ਫਿਰ ਨੇਤਾ ਲੋਕ ਬਥੇਰਾ ਕੁਛ ਕਰਦੇ ਆ ਜੀ। ਰਾਜਨੀਤਿਕ ਲੋਕ ਦੰਗੇ ਕਰਵਾ ਕੇ, ਗਰੀਬਾਂ ਨੂੰ ਮਰਵਾ ਕੇ, ਵੱਡੀਆਂ ਵੱਡੀਆਂ ਥਾਵਾਂ ਤੇ ਜੱਗ ਦਾਨ ਕਰ ਦਿੰਦੇ ਆ ਕਿ ਉਹ ਬਖਸ਼ੇ ਜਾਣਗੇ। ਨਹੀਂ, ਬਿਲਕੁਲ ਵੀ ਨਹੀਂ। ਮਰਦ ਕਹਿੰਦੇ ਆ ਜੋ ਤੂੰ ਕੀਤਾ ਤੈਨੂੰ ਭੁਗਤਣਾ ਪੈਣਾ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਜਾਂ ਤੇ ਫਿਰ ਇਹਨੂੰ ਕਹਿ ਦਿਓ ਵੀ ਇਹ ਸੱਚ ਨਹੀਂ। ਪਾਤਸ਼ਾਹ ਕਹਿੰਦੇ ਤੇਰੇ ਕਰਮ ਨੇ ਤੈਨੂੰ ਭੁਗਤਣੇ ਪੈਣੇ ਆ, ਜੋ ਜੋ ਬੀਜੇਗਾ ਉਹ ਵੱਢੇਗਾ। ਝੂਠ ਮੈਂ ਬੋਲਿਆ ਤੇ ਮੈਂ ਭੁਗਤਣਾ, ਤੁਸੀਂ ਨਹੀਂ। ਸਾਨੂੰ ਇੱਥੇ ਲੱਗਦਾ ਕਿਸੇ ਨੂੰ ਪਤਾ ਨਹੀਂ ਲੱਗਾ, ਮੈਂ ਠੱਗੀ ਮਾਰ ਲਈ, ਮੈਂ ਉਹ ਤੋਂ 150 ਵੱਧ ਲੈ ਲਿਆ। ਠੀਕ ਆ, ਉਹਨੂੰ ਨਹੀਂ ਪਤਾ ਲੱਗਾ, ਤੂੰ ਖੁਸ਼ ਹੈ, ਪਰ ਤੇਰੇ ਕਰਮਾਂ ਵਿੱਚ ਲੇਖਾ ਲਿਖਿਆ ਗਿਆ। ਤੂੰ ਕਿਹੜੀ ਭਾਵਨਾ ਦੇ ਨਾਲ ਕਿਸੇ ਦਾ ਦਿਲ ਦੁਖਾਇਆ, ਕਿਸੇ ਨਾਲ ਕੀ ਕੀਤਾ। ਮਰਦ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖਾ ਆਵੇ ਭਾਗ। ਲੇਖੇ ਤੋਂ ਤੂੰ ਭੱਜ ਨਹੀਂ ਸਕਦਾ, ਸਤਿਨਾਮ ਕਿਤੇ ਨਹੀਂ ਜਾ ਸਕਦਾ। ਇੱਥੇ ਮੁੱਕਰ ਜਾਏਗਾ ਲੋਕਾਂ ਤੋਂ। ਕਿਸੇ ਤੋਂ ਉਧਾਰ ਲਿਆ, ਕਹਿੰਦਾ ਜਾਂ ਮੈਂ ਨਹੀਂ ਦਿੰਦਾ, ਕਰ ਲਾ ਜੋ ਕਰਨਾ। ਕੀ ਕਰੇਗਾ? ਕੋਰਟ ਜਾਏਗਾ, ਸਮਨ ਭੇਜ ਦੇਗਾ, ਫਿਰ ਕੀ ਕਰ ਲੇਗਾ? ਮੈਂ ਸਿਫਾਰਿਸ਼ ਲਾਂਗਾ। ਪਰ ਉਹਦੀ ਦਰਗਾਹ ਤੇ ਸਿਫਾਰਿਸ਼ ਨਹੀਂ ਹੈ। ਸਤਿਗੁਰ ਕਹਿੰਦੇ ਭੱਜਿਆ ਨਹੀਂ ਜਾਣਾ, ਉਹਨੇ ਲੇਖਾ ਲਿਖਿਆ ਹੋਇਆ ਹੈ। ਲੇਖੇ ਅਨੁਸਾਰ ਹੀ ਜੰਮਣਾ ਤੇ ਲੇਖੇ ਨਾਲ ਹੀ ਮਰਨਾ। ਇਹ ਲੇਖਾ ਕੋਈ ਇੱਕ ਜ਼ਿੰਦਗੀ ਦਾ ਥੋੜਾ, ਜਨਮਾਂ ਜਨਮਾਂ ਦੇ ਲੇਖ ਨੇ। ਤੇ ਲੇਖੇ ਬਾਰੇ ਬਾਣੀ ਕੀ ਕਹਿੰਦੀ ਹੈ? ਅਸੀਂ ਛੱਡ ਕੇ ਨਾ ਬਾਣੀ ਦਾ ਪੱਲਾ ਇਧਰਲੇ ਪਾਸੇ ਤੁਰੇ ਫਿਰਦੇ ਆ, ਆਹ ਕਰ ਲਾਂਗੇ, ਆਹ ਪਾਪ ਕੱਟਿਆ ਜਾਊ। ਨਹੀਂ, ਸਤਿਗੁਰੂ ਕੀ ਲਿਖਦੇ? ਮਰਦ ਲਿਖਤੇ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਵੀ ਜੋ ਕਰਤੇ ਨੇ ਲਿਖਿਆ ਉਹ ਮਿਟ ਨਹੀਂ ਸਕਦਾ। ਅਸੀਂ ਕੌਣਾ ਮਿਟਾਉਣ ਵਾਲੇ ਹੋਏ? ਮੈਂ ਕੋਈ ਪਾਪ ਕੀਤਾ ਤੇ ਮੈਂ 50 ਪਾਠ ਕਰਦਾ ਵੀ ਮੇਰਾ ਪਾਪ ਕੱਟਿਆ ਜਾਊ, ਦੁੱਖ ਕੱਟੇ ਜਾ ਸਕਦੇ। ਜੇ ਗੁਰੂ ਵਾਲਾ ਬਣਿਆ ਤੇ ਗੁਰੂ ਪਾਪ ਕੱਟ ਸਕਦਾ। ਗੁਰੂ ਮਾਲਕ ਹੈ, ਗੁਰੂ ਸਮਰੱਥ, ਉਹਦੀ ਮਰਜ਼ੀ ਹੈ। ਪਰ ਮੈਂ ਛੋਟੀ ਦਵਾਂ ਵੀ ਮੈਂ ਹੁਣ ਇੰਨੇ ਕੁ ਪਾਠ ਕਰ ਲੈ, ਮੇਰਾ ਉਹ ਵੀ ਪਾਪ ਕੱਟਿਆ, ਕੋਈ ਗੱਲ ਨਹੀਂ। ਤੇ ਮਨ ਤਸੱਲੀ ਹੈ, ਕੱਟਿਆ ਕਿ ਨਹੀਂ ਕੱਟਿਆ ਤੇ ਉਹ ਜਾਣਦਾ ਨਾ, ਜਿਹਦੇ ਦਰ ਤੇ ਤੂੰ ਆਉਣਾ ਹੈ, ਉਹਨੂੰ ਪਤਾ ਹੈ। ਸਾਹਿਬ ਕਹਿੰਦੇ ਲੇਖੇ ਤੋਂ ਬਿਨਾਂ ਖਹਿੜਾ ਨਹੀਂ ਛੁੱਟਣਾ, ਭਾਵੇਂ ਸਿੱਧ ਹੋਵੇ, ਜਤੀ ਹੋਵੇ, ਯੋਗੀ ਹੋਵੇ, ਜਾਂ ਸਿੱਧੋ ਕੋਈ ਭੋਗੀ ਹੋਵੇ। ਆਦੇਸ਼ ਤਿਸੈ ਆਦੇਸ਼। ਇਸ ਕਰਕੇ ਕਹਿੰਦੇ ਆ ਆਦੇਸ਼ ਤਿਸੈ। ਆਦੇਸ਼ ਤਿਸੈ ਭਾਵ ਉਸ ਰੱਬ ਨੂੰ ਮੇਰੀ ਸਦਾ ਹੀ ਨਮਸਕਾਰ ਹੈ, ਸਦਾ ਹੀ ਮੱਥਾ ਟੇਕਦੇ ਆ। ਆਦ ਅਨੀਲ ਅਨਾਦ ਅਨਾਹਤ। ਆਦ ਅਨੀਲ ਅਨਾਦ ਅਨਾਹਤ, ਜੋ ਆਦ ਕਾਲ ਤੋਂ ਸੀ, ਜੋ ਅਨੀਲ ਦਾਗਾਂ ਤੋਂ ਰਹਿਤ ਹੈ। ਅਨਾਹਤ
ਜਿਹਨੇ ਨਾਸ਼ ਨਹੀਂ ਹੋਣਾ। ਅਨਾਦ, ਜੋ ਆਦ ਕਾਲ ਤੋਂ ਪਹਿਲਾਂ ਸੀ, ਜਦੋਂ ਦੁਨੀਆ ਨਹੀਂ ਬਣੀ, ਧਰਤੀ ਨਹੀਂ ਬਣੀ, ਸਮਾਂ ਵੀ ਨਹੀਂ ਬਣਿਆ, ਦਿਨ ਰਾਤ ਤੇ ਕਿੱਥੋਂ ਬਣੀ ਸੀ। ਨਾ ਦਿਨ ਰੈਣ ਚੰਦ ਨਾ ਸੂਰਜ, ਸੁੰਨੇ ਸੁੰਨ ਸਮਾਏ ਦਾ। ਬਾਣੀ ਤੇ ਉਦੋਂ ਦਾ ਜ਼ਿਕਰ ਕਰਦੀ ਹੈ ਜਿਹਨੂੰ ਅੱਜ ਸਾਡਾ ਵਿਗਿਆਨ ਕਹਿੰਦਾ ਬਲੈਕ ਹੋਲ, ਵੀ ਸ੍ਰਿਸ਼ਟੀ ਦੀ ਉਤਪਤੀ ਇੱਥੋਂ ਹੋਈ ਹੈ, ਬਲੈਕ ਹੋਲ ਤੋਂ। ਸਮਾ ਵੀ ਇਹਦੇ 'ਚ ਹੀ ਜਾਣੀ ਹੈ ਬਲੈਕ ਹੋਲ ਕੀ ਹੈ। ਚਲਦੀਆਂ ਨਾ ਰਿਸਰਚਾਂ। ਹਰ ਬ੍ਰਹਿਮੰਡ, ਹਰ ਗਲੈਕਸੀ ਦੇ ਵਿੱਚ, ਜਿੰਨੀਆਂ ਗਲੈਕਸੀਆਂ ਨੇ ਬ੍ਰਹਿਮੰਡ ਵਿੱਚ, ਸਾਰਿਆਂ 'ਚ ਬਲੈਕ ਹੋਲ ਹੈ, ਛੋਟਾ ਮੋਟਾ ਨਹੀਂ ਹੈ। ਉਹਦੇ ਕਰਕੇ ਗੁਰਤਾਕਰਸ਼ਣ ਹੈ, ਗ੍ਰੈਵਿਟੀ ਹੈ, ਸਭ ਕੁਝ ਹੈ ਤੇ ਬੜਾ ਕੁਝ ਚੱਲਦਾ, ਟਾਈਮ ਟਰੈਵਲ ਤੋਂ ਲੈ ਕੇ ਹਰ ਚੀਜ਼। ਗੁਰੂ ਪਾਤਸ਼ਾਹ ਕਹਿੰਦੇ ਭਾਈ ਸਭ ਦਾ ਮਾਲਕ ਹੀ ਕੋਈ ਹੈ, ਅਨਾਹਦ, ਉਹ ਨਾਸ਼ ਨਹੀਂ ਹੁੰਦਾ, ਇੱਕ ਹੀ ਰਹਿਣਾ ਸਕਦਾ, ਉਹਦੇ ਵਰਗਾ ਕੋਈ ਹੋ ਨਹੀਂ ਸਕਦਾ। ਉਹ ਇੱਕ ਓੰਕਾਰ ਹੈ, ਜੁਗ ਜੁਗ ਏਕੋ ਵੇਸ, ਜੁਗ ਜੁਗ ਏਕੋ ਵੇਸ। ਉਹਦਾ ਵੇਸ, ਉਹਦਾ ਲਿਬਾਸ ਇੱਕ ਹੀ ਹੈ, ਜੁਗਾਂ ਜੁਗਾਂ ਤੋਂ ਪਹਿਲਾਂ ਅੱਜ ਵੀ। ਇਹ ਥੋੜਾ ਹੈ ਵੀ ਉਦੋਂ ਤੇ ਉਹ ਨਿਰੰਕਾਰ ਸੀ ਤੇ ਅੱਜ ਕੁਝ ਹੋਰ ਹੈ। ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ ਆਕਾਰ ਤੋਂ ਰਹਿਤ ਸੀ, ਅੱਜ ਵੀ ਆਕਾਰ ਤੋਂ ਰਹਿਤ ਹੈ, ਸਦਾ ਹੀ ਹੈ। ਰੱਬ ਦਾ ਤੁਸੀਂ ਕਿਹੜਾ ਚਿੱਤਰ ਬਣਾ ਸਕਦੇ ਹੋ ਜੀ? ਬਣਾ ਸਕਦੇ ਹੋ? ਉਹਦਾ ਰੂਪ ਕਿਹੜਾ ਹੈ, ਰੰਗ ਕਿਹੜਾ ਹੈ, ਆਕਾਰ ਕਿਹੜਾ ਹੈ? ਜੇ ਇਹੋ ਜਿਹੀ ਭਾਵਨਾ ਨਾਲ ਯਾਦ ਕਰੋਗੇ ਉਹੋ ਜਿਹੇ ਰੂਪ ਜਾ ਕੇ ਮਿਲ ਲੈਂਦਾ, ਪਰ ਆਪਣਾ ਰੂਪ ਉਹਦਾ ਕੋਈ ਨਹੀਂ। ਬਾਣੀ ਵਿੱਚ ਬੇਅੰਤ ਥਾਵਾਂ ਤੇ ਸਤਿਗੁਰਾਂ ਲਿਖਿਆ ਹੋਇਆ ਹੈ, ਕਹਿੰਦੇ ਉਹ ਨਿਰੰਕਾਰ ਹੈ। ਨਿਰੰਕਾਰ ਦਾ ਅਰਥ ਹੁੰਦਾ ਆਕਾਰ ਤੋਂ ਰਹਿਤ। ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਸਰੂਪ ਨੇ ਨਾ, ਦਸੇ ਸਤਿਗੁਰੂ ਆਏ। ਹੁਣ ਆਮ ਸੋਚ ਵਾਲਾ ਬੰਦਾ ਕਹਿੰਦਾ ਹੈ ਵੀ ਗੁਰੂ ਸਾਹਿਬ ਜੰਮਣ ਮਰਨ ਵਿੱਚ ਸੀ। ਨਾ ਬਈ ਨਾ, ਸੜ ਦਿਓ ਜ਼ੁਬਾਨ ਜਿਹੜੀ ਇਹ ਕਹਿੰਦੀ ਹੈ ਵੀ ਗੁਰੂ ਜੰਮਦਾ ਮਰਦਾ ਹੈ। ਗੁਰੂ ਨੇ ਜਨਮ ਲੈ ਕੇ, ਅਵਤਾਰ ਲੈ ਕੇ ਜੋਤੀ ਜੋਤ ਸਮਾਇਆ, ਇਸ ਕਰਕੇ ਦੁਨੀਆ ਨੂੰ ਪਤਾ ਲੱਗੇ ਨਿਰੰਕਾਰ ਪਹਿਲਾਂ ਵੀ ਉਹੀ ਸੀ, ਸਮਾਉਣ ਤੋਂ ਬਾਅਦ ਵੀ ਉਹੀ। ਆਖੋ ਸਤਿਨਾਮ। ਮਿੱਟੀ ਰੱਬ ਨਹੀਂ ਹੈ, ਪੰਜ ਤੱਤ ਰੱਬ ਨਹੀਂ, ਪੰਜ ਗੁਣ ਰੱਬ ਨਹੀਂ। ਰੱਬ ਤੇ ਸਮੁੱਚਤਾ ਹੈ, ਅਖੰਡਤਾ ਹੈ, ਏਕਤਾ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਯੋਗੀਓ ਤੁਹਾਡੇ ਲਿਬਾਸ ਬਦਲ ਜਾਣਗੇ, ਵੇਸ ਬਦਲ ਜਾਣਗੇ, ਪਰ ਉਹਦਾ ਵੇਸ, ਵੇਸ਼ ਭੂਸ਼ਾ ਸਦਾ ਹੀ ਇੱਕ ਹੈ। ਏਕਾ ਮਾਈ ਜੁਗਤ ਵਿਆਈ। ਹੁਣ ਗੋਰਖ ਦਾ ਅਗਲਾ ਸਵਾਲ ਸੀ, ਕਹਿੰਦਾ ਜੀ ਮਾਇਆ ਤੁਹਾਨੂੰ ਦੇ ਦਿੰਨੇ ਆ, ਵੀ ਜਿੰਨੇ ਸ੍ਰਿਸ਼ਟੀ ਦੀ ਮਾਇਆ ਨਾ, ਤੁਸੀਂ ਮਾਇਆ ਅਨੁਸਾਰ ਚੱਲੋ। ਗੁਰੂ ਸਾਹਿਬ ਪਤਾ ਕੀ ਕਹਿੰਦੇ? 4 ਪੌੜੀਆਂ ਮਰਦ ਨੇ ਉਚਾਰੀਆਂ ਨੇ, ਕਹਿੰਦੇ ਏਕਾ ਮਾਈ। ਹੁਣ ਮਾਈ ਕਿਹੜੀ ਹੈ ਜੀ? ਮਾਈ ਸ਼ਬਦ ਆਪਾਂ ਬੜੀ ਵਾਰ ਪੜ੍ਹਦੇ ਹਾਂ, ਬੜੀ ਵਾਰ ਬਾਣੀ 'ਚ ਪੜ੍ਹਿਆ, ਮਾਈ ਮੈਂ ਧਨ ਪਾਇਓ ਹਰ ਨਾਮ। ਇੱਥੇ ਵੀ ਮਾਈ ਸ਼ਬਦ ਬਣਦੇ। ਏਕਾ ਮਾਈ, ਮਾਈ ਦਾ ਅਰਥ ਹੈ ਮਾਇਆ। ਮਾਇਆ ਮਤਲਬ ਨੋਟ ਕਰੰਸੀ, ਕੋਈ ਡਾਲਰ ਨਹੀਂ, ਕੋਈ ਪਾਉਂਡ ਨਹੀਂ, ਕੋਈ ਯੂਰੋ ਨਹੀਂ, ਕੋਈ ਆ ਸਾਡੇ ਵਾਲੀ ਮਨੀ ਨਹੀਂ। ਇਹ ਮਾਇਆ ਨਹੀਂ ਹੈ। ਮਾਇਆ ਉਹ ਹੈ, ਮਾਇਆ ਨਾਮ ਗਰਭ ਜੋਨ ਦਾ, ਜੀ ਚਾ ਕੇ ਬੰਦਾ ਰੱਬ ਨੂੰ ਭੁੱਲ ਜਾਂਦਾ। ਜਦੋਂ ਤੂੰ ਜੰਮਿਆ ਨਾ, ਫਿਰ ਕੀ ਦਿਸਦਾ? ਆਪ ਜੀ ਨੇ ਬਾਣੀ ਦੇ ਸ਼ਬਦ ਪੜ੍ਹੇ ਹੋਏ ਆ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਵੇਗ, ਚੌਥੇ ਪਿਆਰ ਉਹ ਕੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾ। ਇਹ ਕੀ ਹੈ? ਗੁਰੂ ਸਾਹਿਬ ਨੇ ਦੱਸਿਆ, ਕਹਿੰਦੇ ਮਾਇਆ ਹੈ। ਮਾਇਆ ਕੀ? ਪਹਿਲੇ ਦਿਨ ਮਾਂ ਦੇ ਥਣਾ ਨਾਲ ਪਿਆਰ ਪੈ ਗਿਆ, ਦੁੱਧ ਪੀਤਾ ਬੱਚੇ ਨੇ, ਮਾਇਆ ਪੈ ਗਈ। ਮੰਮਾ ਮਾਸ ਗਰਾਸ, ਉਸ ਤੋਂ ਬਾਅਦ ਮਾਂ ਚੰਗੀ ਲੱਗਦੀ ਹੈ, ਪਿਓ ਦੀ ਪਛਾਣ ਹੋ ਗਈ, ਦਾਦਾ ਦਾਦੀ ਦੀ ਪਛਾਣ ਹੋ ਗਈ। ਹੁਣ ਅੱਗੇ ਅੱਗੇ ਵੱਧਦਾ ਜਾਂਦਾ ਹੈ, ਵੱਡਾ ਹੋਇਆ, ਖਾਣਾ ਪੀਣਾ ਚੰਗਾ ਲੱਗਣ ਲੱਗ ਗਿਆ, ਖਿਡੌਣੇ ਪਦਾਰਥ ਚੰਗੇ ਲੱਗਣ ਲੱਗ ਗਏ। ਇਹ ਸਮੁੱਚਤਾ ਨੂੰ ਕਹਿੰਦੇ ਮਾਇਆ, ਜੋ ਮਨੁੱਖ ਉੱਤੇ ਵਰਤ ਰਹੀ ਹੈ ਹਰ ਰੂਪ ਹੋ ਕੇ। ਸਤਿਗੁਰੂ ਕਹਿੰਦੇ ਏਕਾ ਮਾਈ। ਮਾਈ ਮਾਇਆ ਇੱਕ ਹੈ। ਬਾਣੀ ਲਿਖਦੀ ਮਾਈ ਮਾਇਆ ਛਲ, ਇਹ ਛਲ ਹੈ, ਛਲਾਵਾ ਹੈ। ਤ੍ਰਿਣ ਕੀ ਅਗਨ ਮੇਘ ਕਿਆ ਛਲ, ਕਹਿੰਦੇ ਇਹ ਕੀ ਹੈ? ਇਹ ਵੀ ਮਾਇਆ ਦਾ ਰੂਪ ਹੈ। ਜਿਵੇਂ ਬੱਦਲਾਂ ਦੀ ਛਾਂ ਸਦਾ ਰਹਿੰਦੀ ਹੈ? ਨਹੀਂ ਨਾ। ਅੱਗ ਦਾ ਪਰਛਾਵਾਂ ਹੁੰਦਾ ਕਦੇ? ਨਹੀਂ ਨਾ। ਇਹ ਮਾਇਆ ਦਾ ਰੂਪ ਹੈ। ਬਸ ਜੋ ਦਿਸਦਾ ਹੈ, ਚਮਕ ਦਮਕ ਹੈ, ਪਰ ਹਕੀਕਤ ਵਿੱਚ ਨਹੀਂ ਹੈ। ਹੁਣ ਆ ਬੰਬੇ ਹੈ, ਸਮਝਣ ਲਈ ਸੌਖਾ, ਬਾਲੀਵੁੱਡ ਕਹਿੰਦੇ ਆ ਜੀ। ਕਦੇ ਉੱਥੇ ਜਾ ਕੇ ਪਤਾ ਕਰੋ ਉਹਨੇ ਕੀ ਕਹਿੰਦੇ, ਇਹਨੂੰ ਕਹਿੰਦੇ ਮਾਇਆ ਨਗਰੀ।
ਕਿ ਡਾਲਰ ਡਿੱਗਦੇ ਆ? ਨਹੀਂ, ਬੰਬੇ 'ਚ ਅੱਜ ਵੀ ਬੜੇ ਲੋਕ ਦਿਹਾੜੀ ਕਰਦੇ, ਵਿਚਾਰੇ ਰੋਟੀ ਨਹੀਂ ਪੱਕਦੀ। ਇਹਨੂੰ ਮਾਇਆ ਨਗਰੀ ਕਿਉਂ ਕਹਿੰਦੇ ਆ? ਹਾਲੀਵੁੱਡ ਤੇ ਬਾਲੀਵੁੱਡ ਜੋ ਸਮਾਜ ਵਿੱਚ ਦਿਸਦਾ ਹੈ, ਜੋ ਦਿਸਦਾ ਇੰਡਸਟਰੀ ਵਿੱਚ, ਉਹ ਨਹੀਂ ਹੁੰਦਾ। ਉਹ ਸਿਰਫ ਸਕਰੀਨ ਦੀ ਚਮਕ ਦਾ ਮਿਲਿਆ ਹੈ, ਅਸਲੀਅਤ ਵਿੱਚੋਂ ਕੁਝ ਵੀ ਨਹੀਂ। ਉਹਨੂੰ ਕਹਿੰਦੇ ਮਾਇਆ ਨਗਰੀ। ਮੈਂ ਸਮਝਣ ਲਈ ਆਖਿਆ, ਇਸੇ ਕਰਕੇ ਇਹ ਮਾਇਆ ਰੱਬ ਦੀ ਹੈ, ਦਿਸਦੀ ਤੇ ਹੈ ਪਰ ਹਕੀਕਤ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜਿਹੜੀ ਮਾਇਆ ਨਾ ਰੱਬ ਦੀ ਬਣਾਈ ਹੋਈ, 3 ਰੂਪਾਂ ਵਿੱਚ ਵਰਤ ਰਹੀ ਹੈ। ਏਕਾ ਮਾਈ ਜੁਗਤ ਵਿਆਈ, ਕਹਿੰਦੇ ਇਹ ਮਾਇਆ ਰੱਬ ਦੀ ਜੁਗਤ ਨਾਲ ਵਿਆਹੀ ਕਹੀਏ ਪ੍ਰਸੂਤਾ ਹੋਗੀ, ਹੋਈ ਕਿਹਦੇ ਨਾਲ? ਮਾਇਆ ਰੱਬ ਦੀ ਪਤਨੀ ਹੈ। ਜਿਵੇਂ ਆ ਸਨਾਤਨ ਮਤ 'ਚ ਮੰਨਦੇ ਆ ਨਾ ਵੀ ਵਿਸ਼ਨੂੰ ਦੀ ਧਰਮ ਪਤਨੀ ਦਾ ਨਾਮ ਕੀ ਹੈ? ਲక్ష్ਮੀ। ਆ ਪਿੱਛੇ ਜੇ ਦੀਵਾਲੀ ਵਾਲੇ ਦਿਨ ਬੜਿਆਂ ਨੇ ਲక్ష్ਮੀ ਦੇ ਚੱਕਰਾਂ 'ਚ ਗੇਟ ਖੁੱਲੇ ਰੱਖ ਕੇ ਸਿਲੰਡਰ ਚਗਾ ਲਿਆ, ਖੁਸ਼ਾ ਦਾ ਨਾਮ। ਉਹ ਤਾਂ ਨਹੀਂ ਆਈ, ਪਰ ਲక్ష్ਮੀ ਸਿਲੰਡਰ ਤੇ ਮਹਿੰਗੀ ਪੈ ਗਈ। ਵਿਸ਼ਨੂੰ ਦੀ ਪਤਨੀ ਲక్ష్ਮੀ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੋ ਆਪ ਪਰਿਪੂਰਨ ਪਰਮੇਸ਼ਰ ਹੈ, ਉਹਦੀ ਜਿਹੜੀ ਮਾਇਆ ਨਾ, ਉਹਨੇ ਜਦੋਂ ਪ੍ਰਸੂਤਾ ਮਤਲਬ ਪ੍ਰੈਗਨੈਂਟ ਹੋਈ ਰੱਬ ਨਾਲ, ਏਕਾ ਮਾਈ ਜੁਗਤ ਵਿਆਹੀ, ਜੁਗਤ ਕਰਕੇ ਹੋਈ ਹੈ, ਸਿੱਧੇ ਤੌਰ ਤੇ ਨਹੀਂ, ਜੁਗਤ ਢੰਗ ਤਰੀਕਾ। ਕਹਿੰਦੇ ਏਕਾ ਮਾਈ ਜੁਗਤ ਵਿਆਹੀ। ਵਿਆਹੀ ਤੋਂ ਭਾਵ ਕਈ ਵਿਆਹ ਕਰ ਲੈਂਦੇ, ਅਰਥ ਨਹੀਂ, ਪਰ ਵਿਆਹੀ ਦਾ ਅਰਥ ਹੈ ਪ੍ਰਸੂਤ ਹੋਣਾ, ਪ੍ਰੈਗਨੈਂਟ ਹੋਣਾ, ਗਰਭ ਧਾਰਨ ਕਰਨਾ। ਕਹਿੰਦੇ ਮਾਇਆ ਨੇ ਗਰਭ ਧਾਰਨ ਕੀਤਾ। ਅੱਗੇ ਜ਼ਿਕਰ ਕਰਦੇ ਨੇ ਤਿੰਨ ਚੇਲੇ ਪਰਵਾਨ। ਫਿਰ ਇਸ ਮਾਇਆ ਦੇ 3 ਪੁੱਤ ਹੋਏ, 3 ਚੇਲੇ ਪ੍ਰਵਾਨ। ਚੇਲੇ ਕੀ ਹੈ? ਰੱਬ ਦੇ ਚੇਲੇ ਆ, ਮਾਇਆ ਦੇ ਪੁੱਤ ਨੇ, ਤਿੰਨੇ ਹੀ ਪ੍ਰਵਾਨ ਨੀਕ ਨੇ। ਹੁਣ ਤਿੰਨਾਂ ਕਰਕੇ ਸ੍ਰਿਸ਼ਟੀ ਆ, ਲੋਕਾਂ ਨੇ ਉਹਨਾਂ ਨੂੰ ਦੇਵਤੇ ਮੰਨ ਲਿਆ, ਦੇਵਤੇ ਮੰਨਿਆ ਲੋਕਾਂ ਨੇ। ਦੇਖੋ ਜੇ ਆਹ ਹਿਸਾਬ ਦੁਨੀਆ ਦਾ ਚੱਲਦਾ ਰਿਹਾ ਨਾ, ਆਉਣ ਵਾਲੇ 20 ਸਾਲਾਂ ਬਾਅਦ ਮੋਦੀ ਵੀ ਦੇਵਤਾ ਹੀ ਹੋਣਾ, ਖੁਸ਼ਾ ਦਾ ਨਾਮ। ਇੱਥੇ ਤੇ ਜਿਹੜਾ ਮਰ ਗਿਆ ਉਹੀ ਦੇਵਤਾ। ਦੇਖ ਰਹੇ ਹੋ ਨਾ ਸਮਾਜ 'ਚ, ਆ ਰਾਜਸਥਾਨ 'ਚ ਇੱਕ ਬੁਲਟ ਦਾ ਮੰਦਿਰ ਬਣਾਇਆ ਲੋਕਾਂ ਨੇ, ਬੁਲਟ ਦੇਵਤਾ। ਅਜੇ ਕੰਪਨੀ ਵਾਲਿਆਂ ਨੂੰ ਨਹੀਂ ਪਤਾ, ਰਾਇਲ ਐਨਫੀਲਡ ਵਾਲਿਆਂ ਨੂੰ, ਵੀ ਅਸੀਂ ਤੇ ਇੰਨੇ ਸਮੇਂ ਤੋਂ 1952 ਤੋਂ ਦੱਬੀ ਆਉਂਦੇ ਆ ਕੰਮ, 1937 ਤੋਂ ਬਾਅਦ ਚਲਾਇਆ ਸਾਰਾ ਕੁਝ, ਵੀ ਸਾਡੀ ਕੰਪਨੀ 'ਚ ਵੀ ਦੇਵਤਾ ਆ ਗਿਆ ਕੋਈ। ਦੇਵਤੇ ਦੀ ਪਰਿਭਾਸ਼ਾ ਬਦਲ ਕੇ ਰੱਖਤੀ ਲੋਕਾਂ ਨੇ। ਆਹ ਕੁੱਲ ਦੇਵਤਾ ਏ, ਜਿਹਨੂੰ ਆ ਹੁਸ਼ਿਆਰਪੁਰ ਵਾਲੇ ਇੱਧਰ ਦੁਆਬੇ ਵਾਲੇ ਜਠੇਰੇ ਕਹਿ ਦਿੰਦੇ ਆ ਨਾ, ਹਿਮਾਚਲ ਵਾਲੇ ਕੀ ਕਹਿੰਦੇ ਆ? ਕੁੱਲ ਦੇਵਤਾ। ਵੀ ਜੇ ਕਿਸੇ ਦੇ ਪਰਿਵਾਰ ਦੇ ਵਿੱਚੋਂ, ਕੁੱਲ ਦੇ ਵਿੱਚੋਂ ਕੋਈ ਵੱਡਾ ਬਜ਼ੁਰਗ ਚਲੇ ਗਿਆ, ਉਹ ਵੀ ਦੇਵਤਾ। ਫਿਰ ਇਹ ਹਿਸਾਬ ਨਾਲ ਤੇ 33 ਕਰੋੜ ਤੇ ਉਦੋਂ ਦੇ ਸੀ, ਹੁਣ ਵਾਲੇ ਕਿੱਥੇ ਜਾਣਗੇ? ਫਿਰ ਕੈਲਕੂਲੇਟਰ ਦੀਆਂ ਜ਼ੀਰੋਆਂ ਮੁੱਕ ਜਾਣੀਆਂ ਨੇ ਜਿਸ ਪਾਸੇ ਚੱਲ ਪਏ। ਸਤਿਗੁਰਾਂ ਨੇ ਕਿਹਾ ਦੇਵਤਾ, ਕਹਿੰਦੇ ਦੇਵ ਸੁਭਾਅ ਵਾਲੇ ਨੂੰ ਲੋਕਾਂ ਨੇ ਮੰਨਿਆ। ਉਹ ਕਿਹੜੇ ਆ? ਅੱਗੇ ਜ਼ਿਕਰ ਕਰਦੇ ਆ, ਇੱਕ ਇੱਕ ਦਾ ਜ਼ਿਕਰ ਕਰਨਗੇ। ਕਹਿੰਦੇ ਇਹ ਮਾਇਆ ਤੋਂ ਪੈਦਾ ਹੋਏ ਨੇ ਦੇਵਤੇ, ਤੈਨੂੰ ਰੱਬ ਨਹੀਂ ਮਿਲਾ ਸਕਦੇ। ਜੇ ਕੋਈ ਕਹੇ ਨਾ ਮੈਂ ਦੇਵਤੇ ਕੋਲ ਜਾ ਕੇ ਰੱਬ ਨੂੰ ਮਿਲਣ ਨੂੰ, ਗੁਰੂ ਸਾਹਿਬ ਨੇ ਸਪਸ਼ਟ ਕਹਿਤਾ, ਰੋਜ਼ ਪੜ੍ਹਦੇ ਹੋ, ਉਹ ਅਲੱਗ ਗੱਲ ਆ, ਵੀ ਕਦੇ ਡੀਪ ਅਰਥਾਂ 'ਚ ਨਹੀਂ ਗਏ, ਸੌਖਾ ਜਿਹਾ ਪੜ੍ਹ ਕੇ ਕੱਢ ਦਈਦਾ। ਕਹਿੰਦੇ ਮਾਇਆ ਰੱਬ ਨਾਲ ਪ੍ਰਸੂਤ ਹੋਈ, 3 ਪੁੱਤਰ ਹੋਏ ਮਾਇਆ ਦੇ, ਰੱਬ ਨੇ ਆਪਣੇ ਪੁੱਤ ਨਹੀਂ ਮੰਨੇ, ਉਹਦੇ ਚੇਲੇ ਆ। 3 ਚੇਲੇ ਪ੍ਰਵਾਨ, ਪ੍ਰਵਾਨ ਦੀ ਹੋ ਗਏ, ਪ੍ਰਵਾਨ ਹੋ ਗਏ ਆ। ਜਦੋਂ ਗੁਰੂ ਸਾਹਿਬ ਨੇ ਬਚਨ ਆਖਿਆ ਨਾ, ਗੋਰਖਨਾਥ ਦਾ ਮੂੰਹ ਵੇਖਣ ਵਾਲਾ ਸੀ। ਉਹ ਕਹਿੰਦਾ ਮੈਂ ਜਿਹੜੀ ਮਾਇਆ ਦਾ ਇਹਨਾਂ ਨੂੰ ਲਾਲਚ ਦਿੰਦਾ ਸੀ, ਇਹਨਾਂ ਉਹਦੇ ਪਰਦੇ ਢੇੜ ਦਿੰਦੇ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਸੰਸਾਰੀ, ਉਹ ਕੌਣ ਹੈ? ਬ੍ਰਹਮਾ, ਜਿਹਨੇ ਸੰਸਾਰ ਬਣਾਇਆ। ਇੱਕ ਭੰਡਾਰੀ, ਭੰਡਾਰੀ ਕੌਣ ਹੈ? ਜਿਹਨੂੰ ਮੋਦੀ ਕਹਿ ਦਿੰਦਾ, ਉਹ ਕੌਣ ਹੈ? ਇੱਕ ਸੰਸਾਰੀ, ਇੱਕ ਭੰਡਾਰੀ, ਵਿਸ਼ਨੂੰ। ਮੰਨਿਆ ਜਾਂਦਾ ਸਨਾਤਨ ਮਤ ਦੇ ਵਿੱਚ ਵੀ ਇਹਦੇ ਤੋਂ ਅਨਾਜ ਮਿਲਦਾ ਹੈ, ਇਹ ਪਾਲਣ ਪੋਸ਼ਣ ਕਰਦਾ ਹੈ। ਅਗਲਾ ਸ਼ਬਦ ਇੱਕ ਲਾਏ ਦੀ ਬਾਣ। ਇੱਥੇ ਅਸੀਂ ਪਾਠ ਗਲਤ ਪੜ੍ਹਦੇ ਹਾਂ ਸਾਰੇ, ਦੀਵਾਨ ਦੀਵਾਨ ਦੀਵਾਨ। ਦੀਵਾਨ ਕੀ ਹੁੰਦਾ ਹੈ? ਅਰਥ ਪੜ੍ਹੋ ਤੇ ਸਹੀ। ਪੁਰਾਤਨ ਸਰੂਪ ਪੜ੍ਹ ਕੇ ਵੇਖੋ, ਬਾਬਾ ਦੀਪ ਸਿੰਘ ਜੀ ਦੀਆਂ ਹੱਥ ਲਿਖਤਾਂ, ਪੁਰਾਤਨ ਨਿਤਨੇਮ ਦੇ ਗੁਟਕਾ ਸਾਹਿਬ ਪੜ੍ਹ ਕੇ ਵੇਖੀਏ। ਅੱਜ ਚਲੋ ਮਸੰਦਾਂ ਦੀ ਗੱਲ ਛੱਡੋ, ਇਹਨਾਂ ਤੇ ਸਾਰਿਆਂ 'ਚ ਦੀਵਾਨ ਇਕੱਠਾ ਲਿਖਿਆ ਹੋਇਆ, ਅੱਗੇ ਭੇਡ ਚੱਲ ਚੱਲੀ ਜਾਂਦੀ ਹੈ। ਦੀਵਾਨ ਦਾ ਅਰਥ ਹੁੰਦਾ ਦਰਬਾਰ ਲਾਉਣਾ, ਇਹ ਦੂਜਾ ਅਰਥ ਹੈ ਦਰਬਾਰ। ਕਹਿੰਦੇ ਇੱਕ ਜਨਮ ਦੇਣ ਵਾਲਾ,
ਇੱਕ ਰੋਜੀ ਦੇਣ ਵਾਲਾ, ਇੱਕ ਲਾਏ ਦੀ ਇਕੱਠਾ ਪਾਠ ਹੈ। ਬਾਣ, ਲਾਏ ਦੀ ਤੋਂ ਭਾਵ ਕੀ ਹੈ? ਲਾਇਤਾ ਕਰਨ ਵਾਲਾ। ਲਾਇਤਾ ਕਿਹਨੂੰ ਕਹਿੰਦੇ ਆ? ਮਾਰਨ ਵਾਲਾ। ਬਾਣ ਕਹੀਏ ਆਦਤ ਹੈ। ਉਹ ਕੌਣ ਹੈ? ਸ਼ਿਵ ਜੀ। ਸ਼ਿਵ ਇੱਕ ਆ। ਫਿਰ ਹੁਣ ਸਨਾਤਨ ਮਤ ਵਾਲਿਆਂ ਨੂੰ ਪੁੱਛ ਲਓ, ਦੇਖੋ ਸਾਰੇ ਧਰਮ ਸਤਿਕਾਰ ਚ ਨੇ, ਕੋਈ ਧਰਮ ਟਾਰਗੇਟ ਨਹੀਂ ਹੈ। ਮੈਂ ਸਿਰਫ ਸ਼ਿਵ ਦੀ ਗੱਲ ਕੀਤੀ। ਹੁਣ ਆਪਾਂ ਸ਼ਿਵ ਜੀ ਦਾ ਜ਼ਿਕਰ ਕਰਦੇ ਹਾਂ ਵੀ ਸ਼ਿਵ ਬਹੁਤ ਵੱਡਾ ਦੇਵਤਾ ਹੈ, ਕੋਈ ਸ਼ੱਕ ਨਹੀਂ। ਬਹੁਤ ਵੱਡੇ ਮਹਾਨ ਮਹਾਂਪੁਰਖ ਨੇ ਜਿਨ੍ਹਾਂ ਨੇ ਐਡੀ ਵੱਡੀ ਬੰਦਗੀ ਕੈਲਾਸ਼ ਪਰਬਤ ਤੇ ਬਹਿ ਕੇ ਕੀਤੀ। ਰੱਬ ਕੀਤਾ ਹੋਏ, ਉਹਨੇ ਕਿਹੜਾ ਕਿਸੇ ਹੋਰ ਨੂੰ ਜੰਮਿਆ ਸੀ? ਰੱਬ ਨੂੰ ਹੀ ਚੇਤੇ ਕੀਤਾ, ਪਰ ਉਹ ਮਾਇਆ ਦਾ ਰੂਪ ਸੀ। ਉਹਦੇ ਕੋਲ ਡਿਊਟੀ ਸੀ ਲੋਕਾਂ ਨੂੰ ਮਾਰਨ ਦੀ। ਹੁਣ ਜੇ ਪੁੱਛੀਏ ਸਨਾਤਨ ਮਤ ਨੂੰ, ਉਹ ਕਹਿੰਦੇ 11 ਤਰ੍ਹਾਂ ਦੇ ਰੁਦਰ ਹੋਏ ਨੇ, ਸ਼ਿਵ ਹੋਏ ਨੇ। ਦੱਸੋ ਕਿਹਨੂੰ ਮੰਨੀਏ ਤੇ ਕਿਹਨੂੰ ਛੱਡੀਏ? ਆਖੋ ਸਤਿਨਾਮ। ਧਰਮ ਦੇ ਲੋਕ ਕਹਿੰਦੇ ਨੇ 11 ਸ਼ਿਵ ਜੀ ਨੇ। ਵਿਸ਼ਨੂੰ ਕਿੰਨੇ ਆ? ਮਰਦ ਨੂੰ ਪੁੱਛ ਲਓ। ਗੁਰੂ ਸਾਹਿਬ ਨੇ ਬਾਣੀ ਵਿੱਚ ਬੇਅੰਤ ਜ਼ਿਕਰ ਕੀਤੇ ਹੋਏ ਆ। ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਬ ਸੱਸ ਕੋਟ ਜਲੇਸ। ਰਬ ਨਾਮ ਸੂਰਜ ਦਾ, ਸੱਸ ਨਾਮ ਚੰਦਰਮਾ ਦਾ, ਜਲੇਸ਼ ਜਲ ਦੇਵਤਾ। ਮਰਦ ਕਹਿੰਦੇ ਕਰੋੜਾਂ ਇੰਦਰ ਨੇ, ਕਰੋੜਾਂ ਵਿਸ਼ਨੂੰ ਨੇ, ਕਰੋੜਾਂ ਸ਼ਿਵ ਜੀ ਨੇ। ਇਹਨਾਂ ਦਾ ਜ਼ਿਕਰ ਕਰਦੇ ਆ। ਕੋਟਕ ਵਿਸ਼ਨ ਮਹੇਸ਼ ਨਾਮ ਪਤਾ ਹੀ ਹੈ ਤੁਹਾਨੂੰ, ਸ਼ਿਵ ਦਾ। ਕਹਿੰਦੇ ਕਰੋੜਾਂ ਨੇ। ਦੱਸੋ ਹੁਣ ਕਿਹਨੂੰ ਮੰਨੋਗੇ ਜੀ? ਇਹ ਖੇਡਾਂ ਨੇ ਰੱਬ ਦੀਆਂ। ਇਹਨਾਂ ਨੂੰ ਸਮਝਣ ਵਾਸਤੇ ਭਗਤੀ ਚਾਹੀਦੀ ਹੈ, ਅਵਸਥਾ ਚਾਹੀਦੀ ਹੈ, ਬੰਦਗੀ ਚਾਹੀਦੀ ਹੈ। ਮਰਦ ਕਹਿੰਦੇ 3 ਨੇ। ਇੱਕ ਸੰਸਾਰੀ ਹੈ, ਸੰਸਾਰ ਨੂੰ ਉਤਪਤ ਕਰਦਾ ਹੈ। ਕਹਿੰਦੇ ਬ੍ਰਹਮਾ ਜਨਮ ਦੇ ਰਿਹਾ। ਪਰ ਬਾਣੀ ਕੀ ਕਹਿੰਦੀ ਹੈ? ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਬ੍ਰਹਮੇ ਸਾਜਣ ਤੇ ਲਾਏ। ਚਲੋ ਮੈਂ ਤੁਹਾਨੂੰ ਸੌਖਾ ਜਿਹਾ ਕਰਦਾ। ਹੁਣ ਮੁੱਖ ਮੰਤਰੀ CM ਇੱਕ ਅਹੁਦੇ ਦਾ ਨਾਮ ਹੈ। ਉਹਦੇ ਤੇ ਕੋਈ ਵੀ ਹੋ ਸਕਦਾ ਹੈ। ਚਾਹੇ ਕੋਈ 1.5 ਮਹੀਨੇ ਵਾਲਾ CM ਹੈ, ਚਾਹੇ ਕੋਈ ਪੌਣੇ 5 ਸਾਲ ਵਾਲਾ CM ਹੈ, ਚਾਹੇ ਕੋਈ 25 ਸਾਲ ਵਾਲਾ ਹੈ ਤੇ CM ਹੈ। ਜੇ ਉਹੀ ਬੰਦਾ ਉਹਦੇ ਤੋਂ ਉਤਰ ਜਾਂਦਾ, ਕੋਈ ਪੁੱਛਦਾ ਹੈ? ਸੱਚੀ ਦੱਸੋ, ਪੁੱਛਦਾ ਜੀ? ਕੋਈ ਵੀ ਨਹੀਂ ਪੁੱਛਦਾ। ਬ੍ਰਹਮਾ, ਵਿਸ਼ਨ ਤੇ ਸ਼ਿਵ ਇਹ ਰੁਤਬੇ ਨੇ, ਅਹੁਦੇ ਨੇ। ਇੰਦਰ ਵੀ ਅਹੁਦਾ ਏ। ਇਹੀ ਕਾਰਨ ਸੀ ਰਾਜੇ ਇੰਦਰ ਦੇ ਅਹੁਦੇ ਤੇ ਬੈਠਣ ਵਾਸਤੇ ਭਗਤੀ ਕਰਦੇ ਸੀ। ਮੈਂ ਇੰਦਰ ਬਣ ਜਾ। ਅੱਗੇ ਅਗਲਾ ਕਹਿੰਦਾ ਸੀ ਚੱਕ ਕੇ ਬਾਹਰ ਮਾਰੋ ਓਏ, ਕਿਤੇ ਮੇਰੇ ਸਵਰਗ ਚ ਨਾ ਕੇ ਰਾਜ ਕਰਨਗੇ। ਬ੍ਰਹਮਾ ਕਰੋੜਾਂ ਹਨ, ਵਿਸ਼ਨੂੰ ਕਰੋੜਾਂ ਨੇ। ਇਹ ਸ਼ਕਤੀਆਂ ਨੇ। ਹੁਣ ਮੁੱਖ ਮੰਤਰੀ CM ਦਾ ਇੱਕ ਅਹੁਦਾ ਏ। ਕਿੰਨੀਆਂ ਸਟੇਟਾਂ ਜੀ ਇੰਡੀਆ 'ਚ? ਇੱਕ ਪ੍ਰਧਾਨ ਮੰਤਰੀ ਦੇ ਥੱਲੇ ਕਿੰਨੇ ਮੁੱਖ ਮੰਤਰੀ ਆ ਜਾਂਦੇ? ਪਤਾ ਨਾ, ਸਮਝ ਰਹੇ ਹੋ ਨਾ ਗੱਲ? ਇਸੇ ਤਰ੍ਹਾਂ ਇੱਕ ਅਕਾਲ ਪੁਰਖ ਦੇ ਥੱਲੇ 3 ਚੇਲੇ ਪ੍ਰਵਾਨ, 3 ਪ੍ਰਮੁੱਖ ਸ਼ਕਤੀਆਂ ਨੇ ਪੈਦਾ ਹੋਈਆਂ ਨੇ ਮਾਇਆ ਤੋਂ। ਉਹ ਕੌਣ ਨੇ? ਇੱਕ ਦੀ ਆਦਤ ਹੈ ਦੁਨੀਆ ਨੂੰ ਖਤਮ ਕਰਨਾ। ਜੇ ਉਹ ਖਤਮ ਨਾ ਕਰਦਾ, ਰੀਸਾਈਕਲ ਨਾ ਕਰਦਾ, ਇੱਥੇ ਲੋਕਾਂ ਨੇ ਰੁਲਦੇ ਫਿਰਨਾ ਸੀ, ਮੰਨਣਾ ਹੀ ਨਹੀਂ ਸੀ ਕਿਸੇ ਨੇ। ਬਿਮਾਰੀਆਂ 'ਚ ਤੜਫੀ ਜਾਣਾ ਸੀ, ਬੁੱਢੇ ਹੋ ਕੇ ਕੰਧਾਂ 'ਚ ਵੱਜਦੇ ਫਿਰਨਾ ਸੀ। ਪਰ ਇੱਕ ਨੇ ਜਨਮ ਦੇਣ ਦੀ ਵਿਧੀ ਬਣਾਈ, ਇੱਕ ਦੀ ਡਿਊਟੀ ਲਾਈ, ਤੂੰ ਰਿਜ਼ਕ ਦੇਣਾ ਹੈ। ਰਿਜ਼ਕ ਦਿਆ ਸਭ ਕੋ ਤਦਕਾ। ਕਹਿੰਦੇ ਜਦੋਂ ਤੂੰ ਜੰਮਿਆ ਉਸ ਤੋਂ ਪਹਿਲੇ ਤੈਨੂੰ ਰਿਜ਼ਕ ਪਰਮਾਤਮਾ ਨੇ ਦਿੱਤਾ ਏ। ਪਰ ਇਹ ਨਾਲ ਕਹਿਤਾ ਏਕਾ ਮਾਈ ਜੁਗਤ ਵੇਰਾਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਬਾਣ ਦਾ ਅਰਥ ਹੁੰਦਾ ਆਦਤ। ਚਲੋ ਦੂਜਾ ਅਰਥ ਕਰ ਲਓ, ਦੀਵਾਨ, ਜੋ ਕਚਹਿਰੀ ਲਾ ਕੇ ਬੈਠਾ ਹੈ। ਕਿਹਨਾਂ ਦੀ? ਜਿੰਨਾ ਮਰਨਾ ਹੈ, ਅੰਕਲੇ ਸਵਾਸ ਲੈਣੇ, ਜਿਹਦੀ ਗਿਣਤੀ 'ਚ ਲਿਖਿਆ ਹੈ ਜੇ ਇੰਨੇ ਸਵਾਸ ਚੁੱਕ ਲਿਆ ਓਏ, ਇਹ ਨਹੀਂ ਜੀ ਸਕਦਾ। ਕਹਿੰਦੇ ਉਹ 3 ਨੇ, 3 ਰੱਬ ਨੂੰ ਪ੍ਰਵਾਨ ਹਨ। ਜਿਵ ਤਿਸ ਭਾਵੈ ਤਿਵੈ ਚਲਾਵੇ। ਅਗਲਾ ਬਚਨ ਬੜਾ ਪਿਆਰਾ ਗੁਰੂ ਸਾਹਿਬ ਕਰਦੇ ਆ। ਕਹਿੰਦੇ ਜਿਵ ਤਿਸ ਭਾਵੈ ਤਿਵੈ ਚਲਾਵੇ। ਭਾਵੈ ਕਹੀਏ ਜਿਵੇਂ ਉਹਦੀ ਮਰਜ਼ੀ, ਜਿਵੇਂ ਉਸ ਵਾਹਿਗੁਰੂ ਕਿਹੜਾ ਜੀ? ਆਪ ਨਾਥ, ਨਾਥੀ ਸਮਝ ਆ ਗਈ। ਉਹ ਨਾਥ ਵਾਹਿਗੁਰੂ ਦੀ ਜੋ ਮਰਜ਼ੀ, ਜਿਵੇਂ ਉਹਨੂੰ ਭਾਉਂਦਾ ਨਾ, ਕਹਿੰਦੇ ਉਵੇਂ ਹੀ ਚਲਾਉਂਦਾ ਏ। ਕਿਹਨੂੰ? ਇੱਕ ਸ੍ਰਿਸ਼ਟੀ ਕੀ ਹੈ ਜੀ? ਸਮੁੱਚਾ ਯੂਨੀਵਰਸ, ਜੋ ਵਿਜ਼ੀਬਲ ਹੈ, ਅਨਵਿਜ਼ੀਬਲ ਹੈ। ਅਸੀਂ ਤੇ ਉਹਨੂੰ ਦੁਨੀਆ ਮੰਨਦੇ ਜੋ ਅੱਖਾਂ ਨਾਲ ਦਿਸਦਾ ਹੈ, ਜੋ ਨਹੀਂ ਦਿਸਦਾ ਉਹ ਵੀ ਤੇ ਦੁਨੀਆ। ਬਲੱਡ ਦਾ ਸੈਂਪਲ ਆ ਨਾ, ਮਾਈਕਰੋਸਕੋਪ ਤੇ ਦੇਖੋ, ਤੁਹਾਡੇ ਇੱਕ ਖੂਨ ਦੇ ਕਤਰੇ ਵਿੱਚ ਲੱਖਾਂ ਪਰਿਵਾਰ ਸੈੱਲਸ ਦੇ ਵਸ ਰਹੇ ਆ। ਲੱਖਾਂ ਹੀ ਪਰਿਵਾਰ ਨੇ। ਬਲੱਡ ਸੈੱਲ ਅਲੱਗ ਨੇ, ਜੋ ਰੈੱਡ ਸੈੱਲ ਨੇ,
ਵਾਈਟ ਅਲੱਗ ਨੇ, ਚਿੱਟਿਆਂ ਦਾ ਪਰਿਵਾਰ ਆਪਣਾ ਹੈ, ਲਾਲ ਦਾ ਆਪਣਾ ਹੈ। ਘੱਟ ਵੱਧ ਜੇ ਤਾਂ ਬਿਮਾਰ ਹੈ, ਕੋਈ ਵੱਧ ਜੇ ਤਾਂ ਦੁਖੀ ਹੈ, ਬਹੁਤ ਘੱਟ ਜੇ ਤਾਂ ਦੁਖੀ ਹੈ। ਆਪਸ 'ਚ ਲੜਦੇ ਰਹਿੰਦੇ ਆ, ਪ੍ਰੋਟੈਕਸ਼ਨਾਂ ਹੋ ਰਹੀਆਂ, ਜੰਗ ਯੁੱਧ ਵੀ ਹੋ ਰਿਹਾ, ਇੱਕ ਦੂਜੇ ਤੋਂ ਬਚਾਅ ਵੀ ਹੋ ਰਿਹਾ। ਇੱਕ ਪਸੀਨੇ ਦੀ ਡ੍ਰੌਪ ਲੈ ਲਓ, ਉਹਦੇ 'ਚ ਕਿੰਨੇ ਪਰਿਵਾਰ ਵਸਦੇ ਆ ਜੀ। ਇਹ ਸ੍ਰਿਸ਼ਟੀਆਂ ਵੇਖੀਆਂ ਕਦੇ? ਅੱਜ ਸਾਇੰਸ ਵਿਖਾ ਰਹੀ ਹੈ। ਕਿੰਨੇ ਬੈਕਟੀਰੀਆ, 32,000 ਬੈਕਟੀਰੀਆ ਸਾਡੇ ਮੂੰਹ ਦੇ ਵਿੱਚ ਹੈ। ਕਰੀ ਜਾਓ ਬਰਸ਼, ਮਾਰ ਲਓਗੇ? ਨਹੀਂ, ਉਹ ਜ਼ਰੂਰੀ ਨੇ, ਉਹ ਨਹੀਂ ਹੋਣਗੇ, ਜੀਭ ਟੇਸਟਲੈਸ ਹੋ ਜਾਏਗੀ। ਬੁਢਾਪੇ 'ਚ ਜਾ ਕੇ ਆਪਾਂ ਨੂੰ ਸਵਾਦ ਘਟ ਜਾਂਦੇ, ਟੇਸਟ ਘਟ ਜਾਂਦੇ। ਕਿਉਂ? ਬੈਕਟੀਰੀਆ ਡੈਡ ਹੁੰਦਾ ਜਾ ਰਿਹਾ ਹੈ, ਜੋ ਟੇਸਟ ਬਡ ਨੇ ਕੰਮ ਹੀ ਨਹੀਂ ਕਰ ਰਹੇ। ਕਿੰਨਾ ਕੁਛ ਬਣਾਇਆ ਹੋਇਆ ਉਹਨੇ ਸਰੀਰ ਵਿੱਚ, ਕਿੱਥੇ ਕਿੱਥੇ ਕੀ ਕੀ, ਕਿਹੜੇ ਕਿਹੜੇ ਜੀਵਾਣੂ ਨੇ, ਕਿਹੜੇ ਕਿਹੜੇ ਪਰਜੀਵੀ ਨੇ। ਮੈਂ ਅੰਦਰ ਦੀ ਗੱਲ ਕਰ ਰਿਹਾ, ਬਾਹਰ ਤੇ ਛੱਡੋ, ਕਿਹੜੀ ਗਿਣਤੀ ਕਰ ਲਓਗੇ, ਕੀ ਗਿਣ ਲਓਗੇ। ਮਰਦ ਕਹਿੰਦੇ ਸਭ ਉਸੇ ਪਰਮਾਤਮਾ ਨੇ ਬਣਾਇਆ ਜੋ ਦਿਸਦਾ, ਅਣਦਿਸਦਾ, ਭੂਤ ਪ੍ਰੇਤ, ਜਿੰਨ ਬੈਤਾਲ, ਕਿੰਨਾ ਕੁਛ ਹੈ। ਦਿਸਦਾ ਅੱਖਾਂ ਨਾਲ ਨਹੀਂ ਨਾ। ਚਲੋ ਸ਼ੁਕਰ ਆ ਵਿਗਿਆਨ ਨੇ ਜੰਤਰ ਬਣਾਏ, ਵਿਖਾਉਣ ਲੱਗ ਗਏ, ਕਹਿੰਦੇ ਆ ਵੇਖ ਲਓ ਆ ਕੇ ਗੋਸਟ ਕੀ ਹੈ, ਕੀ ਚੀਜ਼ ਹੈ, ਹੰਟਿੰਗ ਕੀ ਹੈ, ਸਭ ਦਿਖਾ ਰਹੇ ਹੈ। ਹੌਲੀ ਹੌਲੀ ਅੱਗੇ ਜਾਣਗੇ, ਪਤਾ ਲੱਗੂਗਾ ਇਹ ਕੀ ਹੈ। ਉਹ ਸ੍ਰਿਸ਼ਟੀਆਂ ਨੇ ਜੋ ਅੱਖਾਂ ਨਾਲ ਨਹੀਂ ਦਿਸਦੀਆਂ। ਉਹ ਕਿੰਨੇ ਸੰਸਾਰ ਦੇ ਜੀਵ ਐਸੇ ਸਾਡੇ ਕੋਲੇ ਫਿਰਦੇ ਰਹਿੰਦੇ, ਸਾਨੂੰ ਦਿਸਦੇ ਨਹੀਂ, ਉਹ ਜੰਮਦੇ ਮਰਦੇ ਆ। ਮਰਦ ਕਹਿੰਦੇ ਭਾਈ ਜਿਵੇਂ ਚਲਾਵੇ ਜਿਵੇਂ ਉਹ ਚਲਾਉਂਦਾ, ਜਿਵੇਂ ਤੇ ਸੁਭਾਵ ਹੈ ਜਿਵੇਂ ਪਾਉਂਦਾ, ਹੁਕਮ 'ਚ ਤਿਵੇਂ ਚਲਾਵੇ। ਚਲਾਉਂਦਾ ਕਿਵੇਂ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ। ਇਹ 'ਚ ਜ਼ਿਕਰ ਕਰਦੇ ਚਲਾਉਣ ਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀਅ, ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਭਵਾਈਏ ਦਾ ਭਾਵ ਭਟਕਣਾ, ਭੱਜੇ ਫਿਰਨਾ, ਜੰਮਣਾ ਮਰਨਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਭਾਈ ਸਭ ਉਹਦੀ ਰਜ਼ਾ ਏ, ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਉਹਨੂੰ ਪਾਉਂਦਾ ਨਾ, ਸਮੁੱਚੀ ਮਾਨਵਤਾ, ਦੁਨੀਆ, ਵਿਸ਼ਵ, ਸੰਸਾਰ, ਬ੍ਰਹਿਮੰਡ ਉਹ ਆਪ ਚਲਾਉਂਦਾ ਏ। ਜਿਵ ਹੋਵੇ ਫੁਰਮਾਨ। ਹੁਣ ਚੱਲਦਾ ਕਿਵੇਂ ਹੈ? ਕਹਿੰਦੇ ਜਿਵ ਹੋਵੇ ਫੁਰਮਾਨ। ਉਹਦਾ ਫੁਰਮਾਨ ਕਿਹੜਾ ਹੈ? ਆਓ ਜਪਜੀ ਸਾਹਿਬ ਤੇ ਰਿਵਰਸ ਪਿੱਛੇ ਪਹਿਲੀਆਂ ਪੌੜੀਆਂ 'ਚ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁਝੈ, ਤਾਹਉ ਮੈਂ ਕਹਿ ਨਾ। ਇਹ ਵੀ ਚਲਾ ਰਹੇ ਜਿਵ ਤੇ ਸੁਭਾਵ ਹੈ ਤਿਵੈ ਚਲਾਵੈ। ਉਹਦੀ ਰਜਾ ਤੋਂ ਬਾਹਰ ਤੇ ਕੁਛ ਨਹੀਂ ਨਾ। ਉਹਦੀ ਰਜਾ, ਉਹਦੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ, ਕੀੜੀ ਵੀ ਨਹੀਂ। ਫਿਰ ਮਨੁੱਖ ਕਿਵੇਂ ਕਹਿੰਦਾ ਮੇਰੇ ਨਾਲ ਬੁਰਾ ਹੋ ਗਿਆ? ਉਹਨੇ ਕਰਦਾ, ਕੋਈ ਕੁਛ ਨਹੀਂ ਕਰਦਾ। ਸਪਸ਼ਟ ਮਰਦ ਕਹਿੰਦੇ ਆ ਉਹਦੀ ਮਾਇਆ ਵਰਤ ਰਹੀ ਹੈ, ਉਹੀ ਜਨਮ ਦੇਈ ਜਾਂਦਾ। ਜਦੋਂ ਉਹਨੇ ਪਰਿਵਾਰ 'ਚ ਕਿਸੇ ਨੂੰ ਭੇਜਤਾ, ਖੁਸ਼ੀਆਂ ਮਨਾਉਂਦਾ, ਕੇਕ ਕੱਟਦਾ ਫਿਰਦਾ, ਉਦੋਂ ਨਹੀਂ ਵੇਖਿਆ ਵੀ ਉਹਦੀ ਰਜਾ ਹੈ। ਕਹਿੰਦਾ ਅਸੀਂ ਖੁਸ਼ ਹਾਂ, ਸਾਡਾ ਪਰਿਵਾਰ ਵਧਿਆ। ਤੇ ਜਿੱਦਣ ਪਰਿਵਾਰ 'ਚ ਚਲੇ ਜਾਂਦਾ ਚੀਕਾਂ ਮਾਰਦਾ ਫਿਰਦਾ, ਕਹਿੰਦਾ ਹਾਏ ਹਾਏ ਰੱਬ ਨੇ ਮਾੜਾ ਕਰਤਾ। ਵੀ ਉਦਣ ਕਿਉਂ ਨਹੀਂ ਕਿਹਾ ਵੀ ਜਿੱਦਣ ਤੇਰੇ ਘਰ 'ਚ ਕੋਈ ਆਇਆ ਸੀ ਵੀ ਅੱਜ ਰੱਬ ਨੇ ਮਾੜਾ ਕੀਤਾ, 4 ਤੋਂ 5 ਹੋ ਗਏ, 2 ਤੋਂ 3 ਹੋ ਗਏ, ਉਦੋਂ ਕਿਉਂ ਨਹੀਂ ਬੋਲਿਆ? ਅੱਜ ਕਿਉਂ ਮਾੜਾ? ਉਦੋਂ ਤੈਨੂੰ ਚੰਗਾ ਲੱਗਦਾ ਸੀ, ਅੱਜ ਉਹਨੂੰ ਚੰਗਾ ਲੱਗਦਾ ਆ। ਖੁਸਾ ਨਾਮ ਕਹਿੰਦੇ ਉਹਦੀ ਰਜਾ 'ਚ ਹੀ ਚੱਲਦਾ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਵੇਂ ਜਿਵੇਂ ਫੁਰਮਾਨ ਹੁਕਮ ਕਰਦਾ ਏ, ਤਿਵੇਂ ਤਿਵੇਂ ਸ੍ਰਿਸ਼ਟੀ ਚੱਲਦੀ ਹੈ। ਬੜੀ ਵਾਰ ਢਾਈ ਉਹਨੇ, ਬੜੀ ਵਾਰ ਬਣਾਈ ਹੈ। ਆ ਧਰਤੀ ਕਿੰਨੀ ਵਾਰ ਰਿਸਾਈਕਲ ਹੋਈ ਹੈ। ਆ ਕੋਲੇ ਦੀਆਂ ਖਾਨਾਂ, ਪੱਥਰ ਦੀਆਂ ਖਾਨਾਂ, ਪਾਣੀ ਇੱਕ ਦਿਨ ਮੁੱਕ ਜਾਣਾ ਹੈ, ਤੇਲ ਡੀਜ਼ਲ ਮੁੱਕ ਜਾਣਾ ਏ, ਵਕਤ ਆਏਗਾ ਉਹਨੇ ਧਰਤੀ ਫੇਰ ਪਲਟਾ ਦੇਣੀ ਹੈ। ਅੱਜ ਜਿੰਨੇ ਥੱਲੇ ਦਬ ਦੁੱਬ ਕੇ ਫੇਰ ਉਹੀ ਕੁਛ ਬਣ ਜਾਣਾ। ਇਹ ਤੇ ਸਾਇੰਸ ਵੀ ਮੰਨਦੀ ਹੈ ਨਾ ਵੀ ਰਿਸਾਈਕਲ ਹੋ ਰਹੀ ਹੈ ਸ੍ਰਿਸ਼ਟੀ, ਕੁਦਰਤ ਕਰ ਰਹੀ ਹੈ ਹਰ ਚੀਜ਼। ਜਿੰਨਾ ਸਾਡਾ ਕਚਰਾ ਕਿੱਥੇ ਜਾਏਗਾ? ਇਸੇ ਤਰ੍ਹਾਂ ਇੱਕ ਵਾਰ ਨਹੀਂ, ਹਜ਼ਾਰਾਂ ਵਾਰ ਧਰਤੀ ਬਣੀ, ਹਜ਼ਾਰਾਂ ਵਾਰ ਢੱਠੀ ਸ੍ਰਿਸ਼ਟੀ ਤੇ ਲੋਕ ਪੈਦਾ ਹੋਏ, ਲੋਕ ਮੁਕੇ ਨੇ। ਮੈਂ ਇਸੇ ਕਰਕੇ ਕਹਿਣਾ ਵੀ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਸਭ ਤੋਂ ਔਖੇ ਨੇ। ਇਹਦੇ ਮਸਕੀਨ ਜੀ ਵੀ ਸੁਣਾਉਂਦੇ ਹੁੰਦੇ ਸੀ, ਕਹਿੰਦੇ 5 ਟੀਕੇ ਰੱਖ ਲਓ, 5 ਦੇ ਅਰਥ ਨਹੀਂ ਬਦਲਦੇ। ਅੱਜ ਤੱਕ ਸੈਂਕੜੇ ਟੀਕੇ ਜਪਜੀ ਸਾਹਿਬ ਦੀ ਬਾਣੀ ਤੇ ਹੋਏ ਨੇ। ਸਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ, ਅਸੀਂ ਕਦੇ ਪੜ੍ਹਿਆ ਹੀ ਨਹੀਂ। ਟਿਕਾ ਟਿੱਪਣੀ ਕੋਲੇ ਜਦੋਂ ਪੜਾਂਗੇ ਪਤਾ ਲੱਗੂ ਹਰ ਪੰਗਤੀ ਕਿੰਨਾ ਕੁਝ ਖੋਲਦੀ ਹੈ। ਸਿੱਧ ਹੈਰਾਨ ਸਨ। ਮਰਦ ਕਹਿੰਦੇ ਜਿਵੇਂ ਉਹਨੂੰ ਭਾਉਂਦਾ ਏ ਉਵੇਂ ਫਰਮਾਨ ਸੁਣਾਉਂਦਾ ਏ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਅਗਲੀ ਪੰਗਤੀ ਮਰਦ ਨੇ ਉਚਾਰਨ ਕੀਤੀ, ਕਹਿੰਦੇ ਉਹ ਵੇਖੈ,
ਉਹਨਾਂ ਨਜ਼ਰ ਨਾ ਆਵੇ। ਕਿਹਨੂੰ ਦਿਸਦਾ ਨਹੀਂ ਤੇ ਕੌਣ ਦੇਖਦਾ ਹੈ? ਦੋ ਸਵਾਲ ਕਰਤੇ ਇਹਦੇ ਵਿੱਚ। ਹੁਣ ਇਹਦੇ ਉੱਤਰ ਕੀ ਨੇ ਉਹ ਵੇਖਿਆ। ਨਿਰੰਕਾਰ ਜੋ ਆਪ ਨਾਥ ਨਾਥੀ ਸਭ ਜਾਗੀ, ਉਹ ਸਭ ਨੂੰ ਦੇਖ ਰਿਹਾ ਹੈ। ਸਮੁੱਚੀ ਸ੍ਰਿਸ਼ਟੀ ਕਾਇਨਾਤ ਨੂੰ ਵੇਖਦਾ ਹੈ। ਜਿਹਦੇ ਬਾਰੇ ਕਹਿ ਕੇ ਆਏ ਨੇ ਉਹ ਇੱਕ ਓੰਕਾਰ ਹੈ। ਜਿਹਦੇ ਬਾਰੇ ਦੱਸਿਆ ਉਹਦਾ ਨਾਮ ਸੱਚਾ ਸਤਿਨਾਮ ਹੈ। ਉਹ ਕਰਤਾ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਹੈ। ਉਹਦਾ ਜ਼ਿਕਰ ਕੀਤਾ ਨਾ ਸਾਰਾ, ਨਿਰਭਉ ਨਿਰਵੈਰ ਅਕਾਲ ਅਜੂਨੀ। ਉਹ ਆਏ ਕਹਿੰਦੇ ਉਹ ਸਭ ਕੁਝ ਵੇਖਦਾ ਹੈ। ਉਹ ਵੇਖਿਆ, ਉਹਦੀ ਨਜ਼ਰ 'ਚ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ, ਕੋਈ ਨਹੀਂ ਛੁਪ ਸਕਦਾ। ਹੁਣ ਮੌਤ ਹੈ, ਭਾਵੇਂ ਤੁਸੀਂ 7 ਲੇਅਰ ਪਾਣੀ 'ਚ ਥੱਲੇ ਬਣਾ ਕੇ ਸ਼ੀਸ਼ੇ ਦੀ ਰਹਿਣ ਲੱਗ ਜਾਓ, ਉੱਥੋਂ ਵੀ ਰਹਿ ਜਾਊਗਾ। ਖਾਨਾ ਬਣਾ ਕੇ ਰਹਿ ਜਾਓ। ਆ ਕਲਪਨਾ ਚਾਵਲਾ ਵਰਗੀਆਂ ਅਸਮਾਨ 'ਚ ਗਈਆਂ, ਚੰਦ 'ਤੇ ਜਾਣਾ ਚਾਹੁੰਦੀਆਂ ਸੀ, ਜਾ ਕੇ ਵੀ ਆਏ, ਘੁੰਮ ਕੇ ਵੀ ਆਏ ਐਸਟ੍ਰੋਨੌਟ। ਜੇ ਮੌਤ ਉੱਪਰ ਲਿਖੀ ਉੱਤੇ ਹੀ ਚਲੇ ਗਏ। ਜਿਹਦੀ ਜਿੱਥੇ ਲਿਖੀ ਉਹਨੇ ਜਾਣਾ ਹੈ, ਉਹਨੂੰ ਲੈ ਜਾਣਾ ਹੈ, ਲੈ ਜਾਂਦਾ ਹੈ ਉਹ ਸਦਾ। ਕਿਤੇ ਵੀ ਬੰਦਾ ਬਚ ਨਹੀਂ ਸਕਦਾ। ਕਹਿੰਦੇ ਉਹ ਵੇਖਿਆ, ਪਰ ਅੱਗੇ ਇੱਕ ਗੱਲ ਆਖੀ, ਕਹਿੰਦੇ ਉਹਨਾਂ ਨਜ਼ਰ ਨਾ ਆਵੇ। ਕਹਿੰਦੇ ਉਹਨਾਂ ਨੂੰ ਨਹੀਂ ਦਿਸਦਾ। ਉਹ ਕਿਹੜੇ ਨੇ? ਇਹ ਤੋਂ ਪਹਿਲਾਂ ਮਰਜ਼ ਨੇ ਦੱਸਿਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਬ੍ਰਹਮਾ, ਵਿਸ਼ਨ ਅਤੇ ਸ਼ਿਵ ਜੀ। ਇਹ ਪ੍ਰਮਾਤਮਾ ਦੇ ਤਿੰਨੋਂ ਚੇਲੇ ਨੇ। ਇਹਨਾਂ ਨੇ ਰੱਬ ਕਦੇ ਵੀ ਨਹੀਂ ਵੇਖਿਆ। ਸਤਿਨਾਮ। ਕੀ ਕਰੋਗੇ ਜੀ? ਸਤਿਗੁਰੂ ਕਹਿੰਦੇ ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਇਹ ਵੇਖਦੇ ਭੱਜੇ ਫਿਰਦੇ ਆ ਰੱਬ ਨੂੰ ਵੇਖਣ ਲਈ, ਤਰਲੇ ਕਰਦੇ, ਇਹਨਾਂ ਨੂੰ ਨਜ਼ਰ ਨਹੀਂ ਆਇਆ। ਤੇ ਨਾ ਬਣਾਈ ਹੋਈ ਸ੍ਰਿਸ਼ਟੀ ਨੂੰ ਰੱਬ ਕਦੇ ਨਜ਼ਰ ਆਇਆ, ਪਰ ਰੱਬ ਬਾਹਰ ਵੀ ਨਹੀਂ ਹੈ। ਕਿਵੇਂ ਨਹੀਂ ਦਿਸਦਾ? ਤੁਹਾਡੇ ਸਾਹਮਣੇ ਦੁੱਧ ਦਾ ਗਲਾਸ ਪਿਆ, ਕਿਲੋ ਦੁੱਧ ਪਿਆ, ਕੋਈ ਆਖੇ 'ਚ ਮੱਖਣ ਵੀ ਹੈ, ਘਿਓ ਵੀ ਹੈ, ਮੰਨਦੇ ਆ ਨਾ। ਹੁਣ ਜੇ ਕੋਈ ਬੰਦਾ ਸਵਾਲ ਕਰੂ ਵੀ ਜੇ ਹੈ ਤੇ ਕੱਢ ਕੇ ਵਿਖਾ ਦਿਓ, ਕਹਿੰਦਾ ਬਾਈ ਵੇਟ ਕਰਨੀ ਪੈਣੀ ਹੈ। ਜਾਗ ਲਾਇਆ, ਦਹੀਂ ਜਮਾ ਲਿਆ, ਅਗਲੇ ਦਿਨ ਰਿੜਕ ਲਿਆ, ਮੱਖਣ ਵੱਖ ਹੋ ਗਿਆ, ਘਿਓ ਕੱਢ ਲਿਆ। ਕਹਿੰਦੇ ਵੇਖਿਆ ਕਮਾਲ, ਉਸੇ ਦੁੱਧ 'ਚੋਂ ਮੱਖਣ ਆਇਆ, ਵਿੱਚ ਹੀ ਹੈ। ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ ਹੈ, ਦੁੱਧ ਦੇ ਵਿੱਚ ਘਿਓ ਹੈ, ਇਸੇ ਤਰ੍ਹਾਂ ਇਸ ਕੁਦਰਤ ਕਾਇਨਾਤ ਸ੍ਰਿਸ਼ਟੀ ਵਿੱਚ ਉਹ ਪਰਮਾਤਮਾ ਹੈ। ਕਹਿੰਦੇ ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਸਾਹਿਬ ਕਹਿੰਦੇ ਉਹ ਸਾਰਿਆਂ ਨੂੰ ਵੇਖਦਾ, ਪਰ ਉਹਨੂੰ ਕਿਸੇ ਨੇ ਨਹੀਂ ਵੇਖਿਆ। ਜਿਹਨੇ ਵੇਖ ਲਿਆ ਉਹਦਾ ਹੀ ਰੂਪ ਹੋ ਗਿਆ। ਸਤਿਨਾਮ। ਕੋਈ ਵੀ ਉਹਨੂੰ ਵੇਖ ਨਹੀਂ ਸਕਦਾ। ਜੋ ਦੇਵੀ ਦੇਵਤਿਆਂ ਦੀ ਪਹੁੰਚ ਨਹੀਂ ਤੇ ਸਾਡੀ ਹੈ। ਇਹ ਵੇਖੋ ਵੀ ਉੱਥੇ ਕੌਣ ਪਹੁੰਚ ਸਕਦਾ ਹੈ? ਉਹ ਕੋਈ ਭਗਤ ਪਿਆਰਾ ਹੈ, ਰੱਬ ਦਾ ਪਿਆਰਾ, ਬੰਦਗੀ ਵਾਲਾ। ਉਹਦੀ ਪ੍ਰਥਾਏ ਵੀ ਮਰ ਜਪਜੀ ਸਾਹਿਬ 'ਚ ਲਿਖ ਰਹੇ ਆ, ਬਾਹਰ ਨਹੀਂ, ਅੰਦਰ ਹੀ ਹੈ। ਕਹਿੰਦੇ ਜੁੜੇ ਹੋਏ ਜਪਣ ਵਾਲੇ ਨੇ, ਅੰਦਰੋਂ ਪਿਆਰ ਕਰਦੇ ਆ। ਜਿਨ੍ਹਾਂ ਨੇ ਇਹ ਜਾਣਿਆ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ। ਕੌਣ ਨੇ ਉਹ? ਜਿਨ੍ਹਾਂ ਉਹਨੂੰ ਸੇਵਿਆ, ਚੇਤੇ ਕੀਤਾ, ਉਹਨਾਂ ਮਾਣ ਪਾਇਆ। ਨਾਨਕ ਗਾਵੀਐ ਗੁਣੀ ਨਿਧਾਨ। ਜਿਨ੍ਹਾਂ ਨੇ ਗੁਣਾਂ ਦੇ ਖਜ਼ਾਨੇ ਨੂੰ ਚੇਤੇ ਕੀਤਾ ਨਾ, ਉਹਨਾਂ ਨੇ ਵੇਖਿਆ ਹੋਇਆ ਰੱਬ। ਤੇਰੇ ਮੇਰੇ ਵਰਗੇ ਕਿਸੇ ਨੇ ਨਹੀਂ। ਅਸੀਂ ਪਤਾ ਨਹੀਂ ਕਿੰਨੀ ਵਾਰ ਆਏ, ਕਿੰਨੀ ਵਾਰੀ ਮਰ ਗਏ, ਕਿੰਨੀ ਵਾਰ ਧਰਮ ਦਾ ਢਕੌਂਸਲਾ ਕੀਤਾ, ਦਿਖਾਵਾ ਕੀਤਾ, ਜੰਮਦੇ ਮਰਦੇ ਫਿਰਦੇ ਆ, ਵੇਖ ਸਕਦੇ ਆ। ਜੇ ਬ੍ਰਹਮਾ ਨਹੀਂ ਵੇਖ ਸਕਦਾ, ਸ਼ਿਵ ਨਹੀਂ ਵੇਖ ਸਕਦਾ, ਉਹਨੇ ਅੱਜ ਤੱਕ ਨਹੀਂ ਦੇਖਿਆ, ਪਰ ਉਹ ਮਹਿਸੂਸ ਕਰ ਰਹੇ ਆ ਵੀ ਸਾਨੂੰ ਚਲਾਉਣ ਵਾਲਾ ਨਿਰੰਕਾਰ ਹੈ, ਪਰ ਰੂਪ ਨਹੀਂ ਵੇਖਿਆ, ਕਿਉਂਕਿ ਏਡੀ ਕਮਾਈ ਨਹੀਂ। ਤੇ ਜਿਨ੍ਹਾਂ ਦੀ ਕਮਾਈ ਆ ਉਹ ਭਾਗਾਂ ਵਾਲੇ ਗੁਰਸਿੱਖ ਅੱਜ ਵੀ ਆ, ਤੇ ਪਹਿਲਾਂ ਵੀ ਸੀ, ਵਿਰਲੇ ਨੇ ਨਾ। ਮਰਦ ਕਹਿੰਦੇ ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਉਹ ਵੇਖਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਬਹੁਤ ਇਹੋ ਵਿਡਾਣ। ਅੱਗੇ ਵਿਸਮਿਕ ਚਿੰਨ ਲਾ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਬਹੁਤਾ ਇਹੋ ਵਿਡਾਣ। ਗੋਰਖਨਾਥ, ਵਿਡਾਣ ਨਾਮ ਹੁੰਦਾ ਚੋਜ ਦਾ। ਕਹਿੰਦੇ ਜਿਨ੍ਹਾਂ ਨੇ ਦੁਨੀਆ ਬਣਾਈ, ਜਿਨ੍ਹਾਂ ਨੇ ਦੁਨੀਆ ਨੂੰ ਖਤਮ ਕਰਨਾ ਹੈ, ਸ਼ਿਵ ਵਰਗੇ, ਤੇ ਜਿਨ੍ਹਾਂ ਨੂੰ ਡਿਊਟੀ ਦਿੱਤੀ ਰਾਸ਼ਨ ਦੇਣ ਦੀ, ਵੀ ਭੋਜਨ ਦੇ, ਕਹਿੰਦੇ ਉਹਨਾਂ ਨੇ ਵੀ ਰੱਬ ਨੂੰ ਨਹੀਂ ਵੇਖਿਆ। ਸਤਿਨਾਮ। ਵਾਤਮਾਲ ਦਾ ਚੋਜ ਹੈ ਨਾ, ਅਚਰਜਤਾ ਹੈ ਨਾ। ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹੋ ਵਿਡਾਣ। ਕਹਿੰਦੇ ਬਹੁਤਾ ਬਹੁਤ ਵੱਡਾ ਇਹ ਚੋਜ ਹੈ। ਚੋਜ ਵੀ ਨਿਰੰਕਾਰ ਦਾ ਹੈ। ਬੰਦਿਆ ਤੂੰ ਕੀ ਜਾਣ ਸਕਦਾ ਉਹਦੇ ਬਾਰੇ? ਅਸੀਂ ਕੀ ਜਾਣ ਸਕਦੇ ਹਾਂ? ਗੁਰੂ ਸਾਹਿਬ ਨੇ ਤੇ ਕਹਿ ਦਿੱਤਾ ਉਹ ਅਗੰਮ ਹੈ, ਅਗੋਚਰ ਹੈ, ਅਲੱਖ ਹੈ। ਤੇ ਜਦੋਂ ਸਤਿਗੁਰ ਕਹਿੰਦੇ ਉਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ, ਤੇ ਮੇਰੇ ਵਰਗਾ 4 ਅੱਖਰ ਪੜ੍ਹ ਕੇ ਕਹਿੰਦਾ ਲੈ ਮੈਨੂੰ ਪਤਾ ਰੱਬ ਕਿੱਥੇ ਰਹਿੰਦਾ, ਮੈਂ ਦੱਸਦਾ।
ਸਾਹਿਬ ਕਹਿੰਦੇ ਇਹ ਚੋਜ ਨੇ ਉਸ ਪਰਮਾਤਮਾ ਜਿਨੇ ਮਾਇਆ ਸਾਜੀ ਹੈ। ਆਦੇਸ਼ ਤਿਸੈ ਆਦੇਸ਼, ਆਦੇਸ਼ ਤਿਸੈ ਆਦੇਸ਼ ਕਹਿੰਦੇ ਉਹਨੂੰ ਸਦਾ ਨਮਸਕਾਰ ਹੈ, ਉਹਨੂੰ ਸਦਾ ਸੀਸ ਝੁਕਾਉਂਦੇ ਹਾਂ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਨਮਸਕਾਰ ਕੀਨੂੰ ਜੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹਨੂੰ ਸਦਾ ਬੰਦਨਾ ਸਦਾ ਨਮਸਕਾਰ ਹੈ। ਸਵੱਛ ਉਹ ਮਹਾਨ ਦਿਨ ਚੱਲ ਰਹੇ ਆ, ਬਾਜਾਂ ਵਾਲੇ ਮਾਹੀ ਗੁਰੂ ਕਲਗੀਧਰ ਪਾਤਸ਼ਾਹ ਅੱਜ ਅੰਮ੍ਰਿਤ ਵੇਲੇ ਆਸਾ ਜੀ ਕੀ ਵਾਰ ਲਾ ਰਹੇ ਆ। ਇਸ ਵੇਲੇ ਬਾਬਾ ਅਜੀਤ ਸਿੰਘ ਜੀ ਨੇ ਫੌਜਾਂ ਨੂੰ ਰੋਕਿਆ, 1.25 ਲੱਖ ਦੀ ਫੌਜ ਰੋਕੀ। ਸਮਾਪਤੀ ਤੋਂ ਬਾਅਦ ਸਤਿਗੁਰਾਂ ਨੇ ਪੁੱਛਿਆ ਅਜੀਤ ਸਿੰਘ ਕਿੱਥੇ ਨੇ? ਕਹਿੰਦੇ ਪਾਤਸ਼ਾਹ ਯੁੱਧ ਕਰਦੇ ਆ, ਇੰਨਾ ਰੱਬ ਨਾਲ ਮਗਰ ਨੇ, ਪੁੱਤਰਾਂ ਦਾ ਵੀ ਖਿਆਲ ਕੋਈ ਨਹੀਂ, ਇੰਨੀ ਪ੍ਰੀਤ 'ਚ ਜੁੜੇ ਹੋਏ ਆ। ਸਤਿਗੁਰਾਂ ਨੇ ਭਾਈ ਉਦੈ ਸਿੰਘ ਨੂੰ ਭੇਜਿਆ, 1.25 ਲੱਖ ਦੀ ਫੌਜ ਉਹਨਾਂ ਰੋਕੀ, ਕਿਉਂਕਿ ਇਤਿਹਾਸ ਬਹੁਤ ਵੱਡਾ ਹੈ, ਲੰਮੇਰਾ ਹੈ। ਗੁਰੂ ਸਾਹਿਬ ਜੀ ਇੱਥੋਂ ਪਰਿਵਾਰ ਸਮੇਤ ਅੱਗੇ ਚੱਲੇ ਨੇ। ਇਧਰ ਭਾਈ ਉਦੈ ਸਿੰਘ ਤੇ ਬਾਬਾ ਜੀਵਨ ਸਿੰਘ, ਜਿਨ੍ਹਾਂ ਨੂੰ ਰੰਗਰੇਟੇ ਦਾ ਖਿਤਾਬ ਮਿਲਿਆ, ਇਸ ਪਾਵਨ ਧਰਤੀ ਤੇ ਉਹ ਸ਼ਹੀਦ ਹੋ ਗਏ। ਜੰਗ ਲੜਦੇ ਲੜਦੇ 1.25 ਲੱਖ ਦਾ ਮੁਕਾਬਲਾ ਕਰਦੇ ਗੁਰੂ ਪਾਤਸ਼ਾਹ ਜੀ ਸਰਸਾ ਦੇ ਕਿਨਾਰੇ ਤੇ ਆਏ। ਅੱਜ ਦਾ ਹੀ ਦਿਨ ਸੀ ਜਦੋਂ ਕਲਗੀ ਵਾਲੇ ਪਿਤਾ ਦਾ ਪਰਿਵਾਰ ਵਿਛੜ ਗਿਆ। ਸਰਸਾ ਦੀਆਂ ਛੱਲਾਂ ਦੇ ਵਿੱਚ ਐਡਾ ਵੱਡਾ ਕਾਫਲਾ 200 ਸਿੰਘ ਨਾਲ ਪਾਣੀ ਚ ਰੁੜ ਗਏ। ਵਿਦਿਆਧਰ ਸਾਗਰ ਵਰਗੇ ਗ੍ਰੰਥ, ਕੀਮਤੀ ਖਜ਼ਾਨੇ ਜਲ ਪ੍ਰਵਾਹ ਹੋ ਗਏ, ਮਾਇਆ ਦੇ ਭਰੇ ਗੱਡੇ ਪਾਣੀ ਵਿੱਚ ਜਾ ਗਏ, ਲੰਘ ਗਏ। ਇਸ ਪਾਣੀ ਦੇ ਵਹਿਣ ਨੇ ਏਡੀ ਤੇਜ਼ੀ ਨਾਲ ਵਗਣ ਕਰਕੇ ਪਰਿਵਾਰ ਨੂੰ ਵਿਛੋੜ ਦਿੱਤਾ। ਸੁਭਾਵਿਕ ਹੈ, ਅੱਜ ਵੀ ਪਾਣੀ ਦੀ ਲਹਿਰ 'ਚ ਇੱਧਰੋਂ ਵੜ ਕੇ ਕਦੇ ਜਿਹੜੇ ਨਹਿਰਾਂ 'ਚ ਨਹਾਤੇ ਉਹਨਾਂ ਨੂੰ ਪਤਾ, ਇੱਥੋਂ ਛਾਲ ਮਾਰੋ ਖੋਈ ਕਿੰਨੇ ਕਦਮ ਅੱਗੇ ਨਿਕਲਦਾ, ਇੱਕ ਉਦੋਂ ਅੱਗੇ ਚਲੇ ਜਾਂਦਾ ਹੈ। ਸਤਿਗੁਰਾਂ ਦਾ ਪਰਿਵਾਰ 3 ਹਿੱਸਿਆਂ 'ਚ ਹੋ ਗਿਆ। ਗੁਰੂ ਕਲਗੀਧਰ ਪਾਤਸ਼ਾਹ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਤੇ ਬਾਕੀ ਸਿੰਘਾਂ ਦੇ ਸਮੇਤ ਭੱਠਾ ਸਾਹਿਬ ਰੋਪੜ ਵਾਲੇ ਪਾਸੇ ਨੂੰ ਗਏ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਇਹ ਗੁਰੂ ਕੇ ਖਾਲਸੇ, ਗੁਰੂ ਕੇ ਮਹਿਲਾਂ ਦੇ ਨਾਲ ਬਚਦੇ ਬਚਾਉਂਦੇ ਹੋਏ ਰੋਪੜ ਸ਼ਹਿਰ, ਜਿੱਥੇ ਅੱਜ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਾਹਿਬ ਬਣਿਆ ਨਾ, ਇੱਕ ਘਰ ਦੇ ਵਿੱਚ ਉਹ ਘਰ ਉੱਦਾਂ ਹੀ ਮੌਜੂਦ ਹੈ। 98% ਸੰਗਤਾਂ ਨੇ ਵੇਖੀ ਹੀ ਨਹੀਂ, 2% ਸਿੱਖ ਨੇ ਜਿਨ੍ਹਾਂ ਦਰਸ਼ਨ ਕੀਤੇ ਆ। ਜਿੱਥੇ ਮਾਤਾ ਜੀ 2 ਰਾਤਾਂ ਰਹੇ, ਉਹ ਪਰਿਵਾਰ ਵੀ ਉਸੇ ਤਰ੍ਹਾਂ, ਘਰ ਬਣਿਆ ਉਸੇ ਤਰ੍ਹਾਂ, ਖੂਹ ਵੀ ਮੌਜੂਦ ਹੈ। ਇਹ ਪਰਿਵਾਰ ਦੇ ਸਮੇਤ ਇੱਥੋਂ ਨਿਕਲੇ ਨੇ ਗੱਡੇ ਤੇ ਬਹਿ ਕੇ ਦਿੱਲੀ ਨੂੰ। ਉਧਰ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸਰਸਾ ਦੇ ਕਿਨਾਰੇ ਚਲਦੇ ਚਲਦੇ ਕੁੰਭੇ ਮਾਸ਼ਕੀ ਦੀ ਝੁੱਗੀ ਵੱਲ ਜਾ ਰਹੇ ਨੇ, ਅਣਜਾਣ ਬੀਆਬਾਨ ਵਿੱਚ ਤੁਰੇ ਜਾ ਰਹੇ ਨੇ। ਅੱਜ ਦਾ ਇਹ ਦਿਨ ਬਹੁਤ ਦੁਖਦਾਈ ਹੈ। ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਕਰਕੇ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਉਸ ਪਾਤਸ਼ਾਹ ਨੇ ਆਪਣਾ ਪਰਿਵਾਰ ਖੇਰੂ ਕਰਾਇਆ ਤਾਂ ਜੋ ਸਾਡੇ ਪਰਿਵਾਰ ਇਕੱਠੇ ਰਹਿਣ। ਆਖੋ ਸਤਿਨਾਮ। ਐਸੇ ਮਹਾਂਪੁਰਖਾਂ ਦੀ ਸ਼ਹਾਦਤ ਜੋਧਿਆਂ ਨੂੰ ਸਦਾ ਕੋਟਾਨ ਕੋਟ ਪ੍ਰਣਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।